ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਸੰਗੀ ਜਨੋ, ਅਕਾਲ ਪੁਰਖ ਅੰਤਰਜਾਮੀ ਦੀ ਬਖਸ਼ ਦਾ ਸਦਕਾ ਸਾਰੀਆਂ ਸੰਗਤਾਂ ਉਤਸ਼ਾਹ ਦੇ ਨਾਲ ਗੁਰਪੁਰਬ ਦੇ ਸਤਸੰਗੀ ਸਮਾਗਮ ਵਿੱਚ ਇਕੱਤਰ ਹੋ ਰਹੇ ਹਾਂ। ਕੱਲ ਸਤਸੰਗੀ 10ਵੇਂ ਪਾਤਸ਼ਾਹ ਦੀ ਜੋ ਕਥਾ ਆਪ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ, ਉਹਨੂੰ ਸਤਸੰਗ ਜੀ ਆਪਾਂ ਵਿਚਾਰਿਆ ਸੀ। ਆਪ ਜੀ ਨੇ ਆਦਿ ਕਾਲ ਤੋਂ ਲੈ ਕੇ ਜਿਸ ਪ੍ਰਕਾਰ ਵਾਹਿਗੁਰੂ ਨੇ ਸ੍ਰਿਸ਼ਟੀ ਰਚੀ, ਯੁਗਾਂ ਦੀ ਮਰਜ਼ਾਦਾ ਬੰਨੀ, ਯੁਗਾਂ ਦੇ ਵਿੱਚ ਅਵਤਾਰ ਹੁੰਦੇ ਆਏ। ਆਹ ਕਲਯੁਗ ਦਾ ਸਮਾਂ ਆਇਆ, ਬੇਦੀ ਬੰਸ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨਾ। ਉਸ ਤੋਂ ਉਪਰੰਤ ਤ੍ਰੇਤੇ ਵਿੱਚ ਜੋ ਸਤ ਸੰਗਤ ਜੀ ਬੇਦੀ ਭਇਓ ਪ੍ਰਸੰਨ ਰਾਜ ਕੈ ਪਾਏ ਕੈ, ਦੇਤ ਭਇਓ ਵਰਦਾਨ ਹੀ ਹੁਲ ਸਾਇ ਕੈ, ਜਬ ਕਰਮ ਹਮ ਨਾਨਕ ਨਾਮ ਕਹਾਏ ਹੈ, ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਇਹ ਬਰ ਸਤ ਸੰਗਤ ਗੁਰੂ ਰਾਮਦਾਸ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਤ੍ਰੇਤੇ ਯੁੱਗ ਦਾ। ਉਹ ਲਾਹੌਰ ਦੇ ਅੰਦਰ ਸੰਪੂਰਨ ਹੋਣਾ। ਇਹ ਆਪਾਂ ਐਸੇ ਸਤਸੰਗ ਜੀ ਵਿਚਾਰ ਜੋ ਕਲਗੀਧਰ ਪਾਤਸ਼ਾਹ ਨੇ ਆਪਣੀ ਗੁਰਬਾਣੀ ਮੰਦਰ ਰਸਨਾ ਚ ਉਚਾਰਨ ਕੀਤੇ, ਉਹਨਾਂ ਨੂੰ ਆਪਾਂ ਪੜ੍ਹਿਆ ਸੁਣਿਆ ਹੈ। ਜਿਸ ਪ੍ਰਕਾਰ ਸਤਸੰਗ ਜੀ 10 ਜੋਤਾਂ ਦੇ ਅੰਦਰ ਆਪ ਵਰਤ ਰਹੇ ਨੇ, ਨਾਲ ਹੀ ਦੱਸ ਦਿੱਤਾ ਭਿੰਨ ਭਿੰਨ ਸਭ ਹੂੰ ਕਰ ਮਾਨਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਨਾ ਤਿਨਹੀ ਸਦ ਪਾਈ, ਬਿਨ ਸਮਦੇ ਸਿਧ ਹਾਥ ਨਾ ਆਈ। 10 ਸਰੂਪ ਗੁਰੂ ਗ੍ਰੰਥ ਸਾਹਿਬ ਦਾ ਰੂਪ ਹਨ। ਜਿਨ੍ਹਾਂ ਨੇ ਵੱਖਰਾ ਵੱਖਰਾ ਕਰਕੇ ਸਾਨੂੰ ਸਮਝਿਆ ਹੈ, ਉਹਨਾਂ ਨੂੰ ਕੁਝ ਪੱਲੇ ਨਹੀਂ ਪਵੇਗਾ। ਉਹਨਾਂ ਦੇ ਜਿਨ੍ਹਾਂ ਨੇ ਇੱਕ ਸਰੂਪ ਕਰਕੇ ਮੰਨਿਆ, ਉਹ ਮੋਕਸ਼ ਨੂੰ ਪ੍ਰਾਪਤ ਹੋਣਗੇ। ਇਸੇ ਤਰ੍ਹਾਂ ਸਤਿ ਅਕਾਲ ਪੁਰਖ ਅੰਤਰਜਾਮੀ ਵੱਲੋਂ ਆਗਿਆ ਪ੍ਰਾਪਤ ਹੋਣੀ, ਹੇਮਕੁੰਡ ਦੇ ਉੱਤੇ ਪਰਬਤ ਤੇ ਤਪ ਕਰਨਾ, ਇਹ ਸਾਰਾ ਜੋ ਸਤਸੰਗ ਜੀ ਸੰਖੇਪ ਨਾਲ ਆਪ ਜੀ ਨੇ ਗੁਰਬਾਣੀ 10ਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਹੈ, ਉਹਨੂੰ ਆਪਾਂ ਸਤਸੰਗ ਜੀ ਵਿਚਾਰਿਆ। ਜਿਸ ਪ੍ਰਕਾਰ ਪਹਿਲੇ ਅਵਤਾਰ ਆਪੋ ਆਪਣੇ ਥਾਵਾਂ ਤੇ ਸਾਰੇ ਹੀ ਸ੍ਰੇਸ਼ਟ ਨੇ, ਬਹੁਤ ਸਾਰੇ ਭੇਖ ਹੋਰ ਚੱਲੇ। ਬ੍ਰਹਮਾ ਆਪ ਹੀ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਭੇਦ ਨਾ ਕਿਨਹੂ ਜਾਨਾ। ਦੇਵਤੇ ਆਪਣੇ ਆਪ ਦੀ ਪੂਜਾ ਕਰਾਉਂਦੇ ਭਏ, ਰਾਖਸ਼ ਸਤਸੰਗ ਜੀ ਤੇ ਭੁਜ ਬਬਰੇ ਹੋਏ ਗਏ। ਉਹ ਭੁਜਾਂ ਦੇ ਬਲ ਦੇ ਨਾਲ ਕਮਲੇ ਹੋ ਗਏ, ਸਤਸੰਗ ਜੀ ਜ਼ੁਲਮ ਕਰਨ ਲੱਗੇ ਰਾਖਸ਼। ਉਹਨਾਂ ਦੀ ਹਾਲਤ ਦੱਸੀ। ਫਿਰ ਰਿਖੀ ਮੁਨੀ ਆਪਣੀ ਪੂਜਾ ਕਰਾਉਣ ਲੱਗੇ, ਦੇਵਤੇ ਬਲੀਆਂ ਲੈਣ ਵਿੱਚ ਉਰਝ ਗਏ। ਇਸੇ ਤਰ੍ਹਾਂ ਜੇ ਜੋ ਹੋਤ ਭਇਓ ਜਗ ਸਿਆਣਾ, ਆਪ ਤਿਨ ਪੰਥ ਚਲਾਨਾ। ਜੇ ਕੋਈ ਸਿਆਣਾ ਸੰਸਾਰ 'ਚ ਹੋਇਆ, ਆਪੋ ਆਪਣੇ ਭੇਖ ਤੋਰ ਕੇ ਬਹਿ ਗਏ। ਮਹਾਰਾਜ ਕਹਿੰਦੇ ਭਾਈ ਅਸੀਂ ਉਹਨਾਂ ਭੇਖਾਂ ਦੇ ਉੱਤੇ ਪ੍ਰਸੰਨ ਹੋਣ ਵਾਲੇ ਔਰ ਪਤੀਜਣ ਵਾਲੇ ਨਹੀਂ ਹਾਂ। ਜੋ ਅਕਾਲ ਪੁਰਖ ਅੰਤਰਜਾਮੀ ਨੇ ਸਾਨੂੰ ਹੁਕਮ ਦਿੱਤਾ ਹੈ, ਉਹ ਆਪ ਕਿਰਪਾ ਕਰਕੇ ਸੁਣੋ। ਸਤ ਸੰਗਤ ਜੀ ਆਪ ਆਪਣੀ ਰਸਨਾ ਦੁਆਰਾ ਕਹਿ ਰਹੇ ਹਨ, ਸਭ ਆਪਣੀ ਆਪਣੀ ਉਰ ਜਾਨਾ। ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਜੀ ਸਾਰੇ ਆਪੋ ਆਪਣੀ ਮਹਿਮਾ ਵਡਿਆਈ ਦੇ ਵਿੱਚ ਉਲਝ ਗਏ। ਵੱਡੇ ਵੱਡੇ ਜਿੰਨੇ ਜਿੰਨੇ ਅਵਤਾਰ ਆਏ, ਪਾਰ ਬ੍ਰਹਮ ਕਾਹੂ ਨਾ ਪਛਾਨਾ। ਕਿਸੇ ਨੇ ਭਾਈ ਪਾਪਾਂ ਪੁੰਨਾਂ ਤੋਂ ਪਰੇ ਜੋ ਬ੍ਰਹਮ ਵਿਆਪਕ ਵਾਹਿਗੁਰੂ ਆ, ਉਹ ਨਾ ਕਿਸੇ ਨੇ ਪਛਾਣਿਆ। ਕੋਈ ਸੀਤਾ ਰਾਮ ਜਪਦਾ, ਕੋਈ ਰਾਧੇ ਰਮਨ ਘਰ ਵਾਲੀ ਦਾ ਨਾਂ ਪਹਿਲਾਂ ਆਪ ਦਾ ਮਗਰੋਂ। ਇਹ ਅਵਤਾਰਾਂ ਦੀ ਸਤਸੰਗ ਜੀ ਗਤੀ ਹੋਈ। ਪਰਮੇਸ਼ਰ ਦਾ ਨਾਮ ਨਾ ਕਿਸੇ ਨੇ ਜਪਾਇਆ, ਤਬ ਸਾਧਤ ਹਰ ਮੋਹਿ ਬੁਲਾਇਓ। ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਜੀ ਅਸੀਂ ਕੋਈ ਲੁਕੋ ਕੇ ਨਹੀਂ ਤੁਹਾਡੇ ਕੋਲੋਂ ਰੱਖਦੇ। ਬੱਚਿਆਂ ਕੋਲੋਂ ਮਾਂ-ਬਾਪ ਕੁਝ ਕੋਈ ਲੁਕੋ ਕੇ ਨਹੀਂ ਰੱਖਦੇ। ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਥ ਖਾਲਸੇ ਨੂੰ ਸਤਿ ਨਿਖੇਰ ਕੇ ਬਚਨ ਕਹੇ ਨੇ। ਉਸ ਵੇਲੇ ਹੇਮਕੁੰਡ ਦੇ ਤੇ ਤਪ ਸਾਧਦਿਆਂ ਹੋਇਆਂ ਨੂੰ ਆਵਾਜ਼ਾਂ ਆਇਆ ਸੱਚਖੰਡ ਵਿੱਚੋਂ ਕਿ ਆਓ, ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਅਸੀਂ ਤਪ ਸਾਧਦੇ ਸੀ ਹੇਮਕੁੰਡ ਪਰਬਤ ਦੇ ਉੱਤੇ, ਉੱਥੋਂ ਸਾਨੂੰ ਵਾਹਿਗੁਰੂ ਨੇ ਬੁਲਾਇਆ। ਇਮ ਕਹਿ ਕੇ ਲੋਕ ਪਠਾਇਓ। ਹੁਕਮ ਕੀ ਕੀਤਾ ਸਾਨੂੰ ਸੱਚਖੰਡ ਦੇ ਦਰਬਾਰ ਅੰਦਰ, ਇਹ ਸਿੱਖਿਆ ਦੇ ਕੇ ਸਾਨੂੰ ਇਹ ਮਾਤ ਲੋਕ ਵਿੱਚ ਭੇਜਿਆ ਹੈ। ਅਕਾਲ ਪੁਰਖ ਬਾਤ ਚੌਪਈ, ਮੈਂ ਆਪਣਾ ਸੋ ਤੋਹੇ ਨਵਾਜਾ। ਖਾਲਸਾ ਜੀ ਆਖੋ ਵਾਹਿਗੁਰੂ।
ਬੜੇ ਬੜੇ ਪੀਰ ਪਕੰਬਰ ਹੋਏ, ਆਪਣੀ ਕਥਨੀ ਗ੍ਰੰਥਾਂ ਵਿੱਚ ਲਿਖਦੇ ਆਏ, ਆਪਾਂ ਵੀ ਉਹਨੂੰ ਪੜ੍ਹਦੇ। ਗੁਰਬਾਣੀ ਹੈ, ਨੇਚਾ ਹੈ ਕਿ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਰੂਪ ਨੇ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ। ਲੇਕਿਨ ਕਿਸੇ ਨੇ ਅਕਾਲਗੋ ਬਾਣੀ ਵੀ ਸੁਣੀ ਹੈ। ਕਿਸੇ ਪੀਰ ਪਕੰਬਰ ਨੇ ਆ ਕੇ ਇਹ ਦੱਸਿਆ ਕਿ ਅਕਾਲ ਪੁਰਖ ਐਂ ਬੋਲ ਰਿਹਾ ਹੈ। ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰ ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੈ ਸੰਤਰ ਸਿਮਰੈ, ਸਿਮਰੈ ਸਗਲ ਉਪਾਰ ਜਾਣਾ। ਜਿਤਨੀ ਬਨਾਸਪਤੀ ਹੈ ਵਾਹਿਗੁਰੂ ਦਾ ਸਿਮਰਨ ਕਰਦੀ, ਧਰਤੀ ਆਕਾਸ਼ ਪੌਣ ਪਾਣੀ ਸਭ ਸਿਮਰਨ ਕਰਦੇ ਹੈ। ਕਿਸੇ ਨੇ ਸਤਿਸੰਗ ਜੀ ਸਿਮਰਨ ਕਰਦੇ, ਉਹਨਾਂ ਵੱਲੋਂ ਵੀ ਸਤਿਸੰਗ ਦੀ ਆਵਾਜ਼ ਨਿਕਲੀ, ਕਿਸੇ ਨੇ ਦੇਖੀ ਸੁਣੀ। ਸਰਬ ਲੋ ਅੰਦਰ ਸਤਿਸੰਗ ਜੀ ਜਿਸ ਪ੍ਰਕਾਰ ਆਕਾਸ਼ ਚਿੰਤਨ ਕਰ ਰਿਹਾ ਵਾਹਿਗੁਰੂ ਦਾ, ਉਹਦਾ ਕਥਨ ਹੈ। ਪੌਣ ਪਾਣੀ ਅਗਨੀ ਜਿਸ ਪ੍ਰਕਾਰ ਪਰਮੇਸ਼ਰ ਨੂੰ ਧਿਆਉਂਦੇ ਨੇ ਸਤਿਸੰਗ ਜੀ, ਉੱਥੇ ਕਥਨ ਹੈ। ਅਗਨੀ ਕਹਿੰਦੀ, ਹੇ ਅਕਾਲ ਪੁਰਖ ਅੰਤਰਜਾਮੀ, ਮੈਂ ਤੇਰੀ ਸ਼ਕਤੀ ਦੇ ਆਸਰੇ ਹੀ ਸਾਰਿਆਂ ਦਾ ਅੰਨ ਹਜਮ ਕਰਦੀ ਹਾਂ। ਮੈਂ ਤੇਰੀ ਸ਼ਕਤੀ ਦੇ ਆਸਰੇ ਹੀ ਵੱਡੇ ਵੱਡੇ ਜੰਗਲਾਂ ਨੂੰ ਦਗਧ ਕਰ ਦਿੰਦੀ ਹਾਂ। ਆਕਾਸ਼ ਕਹਿੰਦਾ, ਹੇ ਪਰਮੇਸ਼ਰ, ਮੈਂ ਤੇਰੇ ਆਸਰੇ ਸਾਰਿਆਂ ਨੂੰ ਬੇਲ ਦੇਣ ਦੀ ਜਗ੍ਹਾ ਰੱਖਦਾ ਹਾਂ। ਇਸੇ ਤਰ੍ਹਾਂ ਸਤਿਸੰਗ ਜੀ ਸਾਰੇ ਤੱਤਾਂ ਦਾ ਚਿੰਤਨ ਪ੍ਰਤੱਖ ਹੈ ਉੱਥੇ। ਇੱਥੇ ਖਾਲਸਾ ਜੀ ਜੋ ਅਕਾਲ ਪੁਰਖ ਅੰਤਰਜਾਮੀ ਬਾਣੀ ਦਾ ਸਿਰਲੇਖ ਕੀ ਹੈ? ਅਕਾਲ ਪੁਰਖ ਵਾਚ। ਜੋ ਅਕਾਲ ਪੁਰਖ ਅੰਤਰਜਾਮੀ ਦੀ ਰਚਨਾ ਤੋਂ ਬਚਨ ਨਿਕਲ ਰਹੇ ਨੇ, ਉਹ ਸੱਚੇ ਪਾਤਸ਼ਾਹ ਲਿਖ ਰਹੇ ਨੇ, ਖਾਲਸੇ ਨੂੰ ਦੱਸਦੇ ਨੇ। ਪੰਥ ਪ੍ਰਚਾਰ ਕਰ ਬੈ ਕੈ ਸਾਜਾ, ਮੈਂ ਆਪਣਾ ਸੁਤ ਤੋਹੇ ਨਵਾਜਾ। हे ਖਾਲਸਾ ਜੀ, ਮੈਨੂੰ ਵਾਹਿਗੁਰੂ ਨੇ ਕੀ ਕਿਹਾ? ਅਸੀਂ ਤੁਹਾਨੂੰ ਆਪਣਾ ਪੁੱਤਰ ਕਰਕੇ ਨਵਾਜਦੇ ਹਾਂ, ਵਡਿਆਉਂਦੇ ਹਾਂ, ਸਤਿਕਾਰਦੇ ਹਾਂ। ਜਿਵੇਂ ਖਾਲਸਾ ਜੀ ਸਤ ਸੰਗਤ ਜੀ ਆਪਾਂ ਨੂੰ ਮਹਾਰਾਜ ਨੇ ਆਪਣੇ ਪੁੱਤਰ ਬਣਾਇਆ ਹੈ। ਜਿਸ ਵੇਲੇ ਅੰਮ੍ਰਿਤ ਛਕ ਲਈਦਾ ਹੈ, ਉਸ ਦਿਨ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਧਰਮ ਦੇ ਪਿਤਾ ਹਨ। ਮਾਤਾ ਸਾਹਿਬ ਦੇਵਾਂ ਜੀ ਆਪਣੇ ਮਾਤਾ ਜੀ ਹਨ। ਆਹ ਮਾਤਾ ਪਿਤਾ ਇੱਥੇ ਦੇ ਰਖਸ਼ਿਸ਼ ਨੇ, ਪਰਉਪਕਾਰੀ ਹਨ। ਲੇਕਿਨ ਸਤ ਸੰਗਤ ਜੀ ਪਰਲੋਕ ਵਿੱਚ ਮਾਤਾ ਪਿਤਾ ਨੇ ਸਹਾਇਤਾ ਨਹੀਂ ਕਰਨੀ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਸਾਹਿਬ ਦੇਵਾਂ ਤੋਂ ਬਿਨਾਂ ਕਿਸੇ ਸਿੱਖ ਦੀ ਬਾਂਹ ਨਹੀਂ ਫੜਨੀ ਕਿਸੇ ਨੇ, ਸਤ ਸੰਗਤ ਜੀ। ਸੋ ਇਸੇ ਤਰ੍ਹਾਂ ਅਕਾਲ ਪੁਰਖ ਅੰਤਰਜਾਮੀ ਵੱਲੋਂ ਆਵਾਜ਼ ਹੈ, ਹੇ ਦੁਸ਼ਟ ਦਮਨ। ਪਹਿਲੇ ਜਾਮੇ ਚ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਸੀ। ਮੈਂ ਆਪਣਾ ਤੁਹਾਨੂੰ ਪੁੱਤਰ ਕਰਕੇ ਵਡਿਆਉਂਦਾ ਹਾਂ। ਪੰਥ ਪ੍ਰਚਾਰ ਕਰ ਬੈ ਕੈ ਸਾਜਾ, ਤੁਹਾਨੂੰ ਸਜਾਉਣਾ ਚਾਹੁੰਦਾ ਮਾਤ ਲੋਕ ਦੇ ਅੰਦਰ, ਦੁਬਾਰਾ ਪੰਜ ਭੂਤਕ ਦੇਹੀ ਦੇ ਅੰਦਰ ਇਸਤ ਕਰਨਾ ਚਾਹੁੰਦਾ। ਪੰਥ ਪਰਚਰ ਕਰ ਵੇਖੋ। ਆ ਜਿਹੜਾ ਪੰਥ ਦ੍ਰਿਸ਼ਟੀ ਗੋਚਰ ਆ ਰਿਹਾ ਖਾਲਸਾ ਜੀ, ਇਹ ਕਿਸੇ ਦਾ ਦੇਵੀ ਦੇਵਤੇ ਦਾ ਸਤਿਸੰਗ ਜੀ ਸਜਾਇਆ ਹੋਇਆ ਨਹੀਂ। ਇਹ ਕਲਗੀਧਰ ਪਾਤਸ਼ਾਹ ਨੇ ਐਵੇਂ ਨਹੀਂ ਸਜਾਇਆ, ਅਕਾਲ ਪੁਰਖ ਅੰਤਰਜਾਮੀ ਦਾ ਹੁਕਮ ਮੰਨਿਆ ਹੈ। ਪੰਥ ਖਾਲਸਾ ਕਲਯੁਗ ਦੇ ਅੰਦਰ ਪ੍ਰਗਟ ਕਰਨ ਵਾਸਤੇ ਤੁਹਾਨੂੰ ਦੁਬਾਰਾ ਮਾਤ ਲੋਕ 'ਚ ਭੇਜਦੇ ਹਾਂ। ਜਾਹੇ ਤਹਾਂ ਤੈ ਧਰਮ ਚਲਾਏ, ਤੁਸੀਂ ਕੀ ਕਰੋਗੇ ਜਾ ਕੇ, ਉਹ ਵੀ ਤੁਹਾਨੂੰ ਹੁਕਮ ਦਿੰਨੇ ਆ। 10ਵੇਂ ਪਾਤਸ਼ਾਹ ਨੂੰ ਜੋ ਅਕਾਲ ਪੁਰਖ ਅੰਤਰਜਾਮੀ ਨੇ ਹੁਕਮ ਕੀਤਾ, ਉਹ ਆਪ ਦੱਸ ਰਹੇ ਨੇ ਕਿ ਜਿੱਥੇ ਕਿੱਥੇ ਵੀ ਜਾਣਾ ਧਰਮ ਦੀ ਰੱਖਿਆ ਕਰਨੀ ਹੈ, ਧਰਮ ਦੀ ਬਿਰਧੀ ਕਰਨੀ ਹੈ। ਧਰਮ ਦੇ ਪਕਸ਼ ਵਿੱਚ ਹੋ ਕੇ ਦੁਸ਼ਟਾਂ ਮਲੇਸ਼ੀਆਂ ਨੂੰ, ਜਿਹੜੇ ਧਰਮ ਦੇ ਵਿਰੋਧੀ ਨੇ, ਉਹਨਾਂ ਨੂੰ ਖਤਮ ਕਰਨਾ ਹੈ। ਇਹ ਤੁਹਾਡੀ ਜ਼ਿੰਮੇਵਾਰੀ ਹੈ ਮਾਤ ਲੋਕ ਜਾ ਕੇ ਨਿਭਾਉਣ ਦੀ। ਕੁਬੁੱਧ ਕਰਨ ਤੇ ਲੋਕ ਹਟਾਏ, ਜਿੰਨੇ ਲੋਕ ਨੇ ਖੋਟੀ ਬੁੱਧੀ ਵੇਲੇ ਸ਼ਰਾਬੀ ਕਬਾਬੀ ਤਾਦਕ ਸਤਸੰਗ ਜੀ ਧੀ ਭੈਣ ਦੇ ਪੈਸੇ ਲੈਣ ਵਾਲੇ ਤਾਦਕ ਜੋ ਵੀ ਕੁਰੀਤੀਆਂ ਕਰਨ ਵਾਲੇ ਹਨ ਲੋਕ, ਉਹਨਾਂ ਲੋਕਾਂ ਨੂੰ ਹਟਾਉਣਾ ਹੈ ਜਾ ਕੇ। ਕਬਾ ਤੋਰਾ ਠੰਡ ਪਇਓ ਮੈਂ ਜ਼ੋਰ ਕਰ, ਇਹ ਬਚਨ ਜਦੋਂ ਅਕਾਲ ਪੁਰਖ ਅੰਤਰਜਾਮੀ ਦੀ ਆਵਾਜ਼ ਵਿੱਚ ਸੁਣੇ ਕਲਗੀਧਰ ਪਾਤਸ਼ਾਹ ਕਹਿੰਦੇ, ਅਸੀਂ ਉਸ ਵੇਲੇ ਠੰਡ ਭਇਓ ਮੈਂ ਜ਼ੋਰ ਕਰ, ਅਸੀਂ ਹੱਥ ਜੋੜ ਕੇ ਖੜੇ ਹੋ ਗਏ ਸਾਹਮਣੇ। ਬਚਨ ਕਾਂ ਸਿਰ ਨਿਆਏ, ਬੜੀ ਨਿਮਰਤਾ ਦੇ ਨਾਲ ਸਿਰ ਝੁਕਾ ਕਰਕੇ ਵਾਹਿਗੁਰੂ ਦੇ ਮੂਹਰੇ ਬਚਨ ਕਹੇ। ਪੰਥ ਚਲੇ ਤਬ ਜਗਤ ਮੈਂ, ਹੇ ਅਕਾਲ ਪੁਰਖ ਅੰਤਰਜਾਮੀ ਪਰਮੇਸ਼ਰ, ਪੰਥ ਖਾਲਸਾ ਕਲਯੁਗ ਦੇ ਸਮੇਂ 'ਚ ਤਾਂ ਪ੍ਰਗਟ ਹੋ ਸਕਦਾ ਹੈ ਜਬ ਤੁਮ ਕਰੋ ਸਹਾਏ, ਜਦੋਂ ਤੁਸੀਂ ਸਦਾ ਸਹਾਇਕ ਹੋਵੋਗੇ, ਅੰਗ ਸੰਗ ਹੋਵੋਗੇ, ਸੱਤਾ ਸਪੁਰਤੀ ਦੇਵੋਗੇ, ਫਿਰ ਪੰਥ ਖਾਲਸਾ ਪ੍ਰਗਟ ਹੋ ਸਕਦਾ ਹੈ। ਚੌਪਈ
ਇਹ ਕਾਰਨ ਪ੍ਰਭ ਮੋਹਿ ਪਠਾਇਓ। हे ਗੁਰਸਿੱਖੋ, ਇਹ ਪ੍ਰਯੋਜਨ ਹੈ ਸਾਨੂੰ ਭੇਜਣ ਦਾ ਸੱਚਖੰਡੋਂ ਵਾਹਿਗੁਰੂ ਦਾ। ਜੇ ਕੋਈ ਪੁੱਛੇ ਕਿ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪ ਕਿਉਂ ਕਲਯੁਗ ਦੇ ਸਮੇਂ ਚ ਆਏ, ਤਬ ਮੈਂ ਜਗਤ ਜਨਮ ਧਰਿ ਆਇਓ। ਤਦੋਂ ਖਾਲਸਾ ਜੀ ਅਸੀਂ ਆ ਮਾਨਸ ਦੇ ਹੀ ਲੈ ਕਰਕੇ ਆ ਤੁਹਾਨੂੰ ਦ੍ਰਿਸ਼ਟੀ ਗੋਚਰ ਹੋਏ ਆ, ਸਾਹਮਣੇ ਆਏ ਹਾਂ। ਜਿਮ ਤਨ ਕਹੀ ਇਨੇ ਤਿਮ ਕਹਿਓ। ਜਿਵੇਂ ਵਾਹਿਗੁਰੂ ਨੇ ਸਾਨੂੰ ਸਿੱਖਿਆ ਕਹੀ ਹੈ, ਇਹਨਾਂ ਮਾਤ ਲੋਕ ਦੇ ਜੀਵਾਂ ਨੂੰ ਉਸੇ ਤਰ੍ਹਾਂ ਕਹਿੰਦੇ ਹਾਂ। ਔਰ ਕਿਸੂ ਤੇ ਬੈਰ ਨ ਗਹਿਓ। ਹੋਰ ਅਸੀਂ ਕਿਸੇ ਨਾਲ ਬੈਰ ਭਾਵ ਨਹੀਂ ਗ੍ਰਹਿਣ ਕਰਦੇ। ਜਾ ਕੇ ਛੂਟ ਗਇਓ ਭਰਮ ਉਰਕਾ, ਤੇ ਸਾਗੇ ਹਿੰਦੂ ਕਿਆ ਤੁਰਕਾ। ਜਿਹਦੇ ਅੰਦਰੋਂ ਭ੍ਰਾਂਤੀ ਚੱਕੀ ਗਈ, ਬ੍ਰਹਮ ਗਿਆਨ ਦੇ ਮਾਲਕ ਨੇ ਸੱਚੇ ਪਾਤਸ਼ਾਹ ਪ੍ਰਣਾਲੀਆਂ ਦੀਆਂ ਪ੍ਰਣਾਲੀਆਂ, ਬ੍ਰਹਮ ਗਿਆਨੀਆਂ ਦੀਆਂ ਪ੍ਰਗਟ ਕਰਨ ਵਾਲੇ ਮਹਾਰਾਜ ਦੇ ਅੰਦਰ ਦ્વੈਤ ਕਿੱਥੇ। ਜੇ ਖਾਲਸਾ ਜੀ ਦ્વੈਤ ਹੁੰਦੀ, ਨੌਵੇਂ ਪਾਤਸ਼ਾਹ ਨੂੰ ਸਤਸੰਗ ਜੀ ਸ਼ਹੀਦ ਕਰਨ ਵਾਲੇ ਇਹੋ ਜਿਹੇ ਜ਼ਾਲਮ ਨਰੰਗੇ ਦੇ ਪੁੱਤ ਨੂੰ ਬਾਦਸ਼ਾਹੀ ਦਿੰਦੇ, ਤਖਤ ਦੇ ਖਾਲਸੇ ਨੂੰ ਨਾ ਦੇ ਦਿੰਦੇ। ਖਾਲਸਾ ਜੀ ਜੋ ਸ਼ਰਨ ਆਏ ਤਿਸ ਕੰਠ ਲਾਏ, ਇਹ ਬਿਰਧ ਸੁਆਮੀ ਸੰਦਾ, ਇਹ ਵਾਹਿਗੁਰੂ ਦਾ ਸਤਸੰਗ ਜੀ ਬਿਰਧ ਹੈ। ਆਪ ਜੀ ਦੇ ਅੰਦਰ ਦ્વੈਸ਼ ਨਹੀਂ ਹੈ। ਜੇ ਹਮ ਕੋ ਪਰਮੇਸ਼ਰ ਉਚਰ ਹੈ। ਧੰਨ ਸੱਚੇ ਪਾਤਸ਼ਾਹ ਆਪ ਦੀ ਨਿਮਰਤਾ। ਕਈ ਸਤ ਸੰਗਤ ਜੀ ਪੱਥਰ ਦਿਲ ਲੋਕ ਕਹਿੰਦੇ ਮਹਾਰਾਜ ਤਾਂ ਪਰਮੇਸ਼ਰ ਰੂਪ ਨਹੀਂ ਸੀ। ਸਤਿਗੁਰਾਂ ਨੇ ਕਿਹਾ ਜਿਹੜਾ ਸਾਨੂੰ ਪਰਮੇਸ਼ਰ ਕਹੂਗਾ ਨਰਕਾਂ ਨੂੰ ਜਾਊਗਾ। ਅਸੀਂ ਕਿਉਂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਨੂੰ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਮੰਨੀਏ। ਇਹੀਆਂ ਜੀਆਂ ਅੜੇਚਾਂ ਕਰਦੇ ਖਾਲਸਾ ਜੀ, ਲੇਕਿਨ ਆਪ ਦੀ ਨਿਮਰਤਾ ਨਹੀਂ ਦੇਖਦੇ। ਜੇ ਕੋਈ ਨਿਮਰਤਾ ਜਨਾਵੇ ਕਿ ਮੈਂ ਤਾਂ ਸੋਰੇ ਸਾਰਿਆਂ ਦੀ ਧੂੜੀ ਹਾਂ, ਉਹਨੂੰ ਤਾਂ ਨਹੀਂ ਸਤ ਸੰਗਤ ਜੀ ਆਪਾਂ ਜੁੱਤੀਆਂ ਦੇ ਥੱਲੇ ਧੂੜੀ ਚ ਮੇਲ ਦਈਏ ਉਸ ਨੂੰ, ਗੁਰਮੁਖ ਨੂੰ। ਜਿਹਦੇ ਅੰਦਰ ਨਿਮਰਤਾ ਇੰਨਾ ਗੁਣ ਹੈ, ਉਹਨੂੰ ਸਤ ਸੰਗਤ ਜੀ ਫੁੱਲਾਂ ਵਾਂਗੂ ਉਹਨੂੰ ਰੱਖਣਾ ਚਾਹੀਏ ਗੁਰਮੁਖ ਨੂੰ। ਇਸੇ ਤਰ੍ਹਾਂ ਵੱਡੇ ਵੱਡੇ ਪੀਰ ਪਕੰਬਰ ਹੋਏ, ਆ ਕਿਸੇ ਨੇ ਅੱਖਰ ਕਹੇ, ਮਹਾਰਾਜ ਕਹਿੰਦੇ ਭਾਈ ਜੋ ਹਮਕੋ ਪਰਮੇਸ਼ਰ ਉਚਰੈ, ਜਿਹੜਾ ਸਾਨੂੰ ਪਰਮੇਸ਼ਰ ਕਰਕੇ ਮੰਨੂਗਾ ਇਹ ਸਭ ਨਰਕ ਕੁੰਡ ਮੈਂ ਪਰ ਹੈ, ਉਹ ਨਰਕਾਂ ਨੂੰ ਜਾਊਗਾ। ਇੱਥੇ ਤੱਕ ਮਹਾਰਾਜ ਨੇ ਬਚਨ ਵਰਤ ਦਿੱਤੇ। ਇੰਨੀ ਨਿਮਰਤਾ ਜਨਾਈ ਹੈ ਕਿ ਖਾਲਸਾ ਕਿਤੇ ਸਾਡੇ 'ਚ ਹੀ ਨਾ ਉਲਝ ਜਾਏ। ਪਹਿਲਾਂ ਜਿਹੜੇ ਅਵਤਾਰ ਜਿਵੇਂ ਉਹ ਧਿਆਨ ਧਰਾਉਂਦੇ ਸੀ ਆਪਣਾ, ਉਹਨਾਂ ਦਾ ਤੇ ਗੁਰੂ ਘਰ ਦਾ ਫਰਕ ਕੀ ਹੋਇਆ। ਗੁਰਬਾਣੀ ਜਿਤਨੀ ਉਚਾਰਨ ਕੀਤੀ ਆ ਖਾਲਸਾ ਜੀ, ਕਿਤੇ ਨਹੀਂ ਗੁਰੂਆਂ ਨੇ ਕਿਹਾ ਕਿ ਸਾਨੂੰ ਮੰਨਿਓ, ਅਕਾਲ ਪੁਰਖ ਅੰਤਰਜਾਮੀ ਦਾ ਚਿੰਤਨ ਕਰਾਇਆ। ਪਰ ਇਹ ਵੀ ਦੇਖ ਲਿਓ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜੋ ਜਲ ਹੀ ਮਿਖੇ ਸਮਾਏ। ਹਰੀ ਤੇ ਹਰੀ ਦੇ ਜਨ ਇੱਕ ਹੋਇਆ ਕਰਦੇ ਆ। ਕਿਵੇਂ, ਕਿਸ ਤਰ੍ਹਾਂ ਉਹਨਾਂ ਦਾ ਫਰਕ ਹੈ। ਜਲ ਤੇ ਉਪਜ ਤਰੰਗ ਜਿਉ, ਜੋ ਜਲ ਦੇ ਉੱਤੋਂ ਲਹਿਰ ਪੈਦਾ ਹੁੰਦੀ ਹੈ, ਤਿੰਨੇ ਕਾਲ ਹੀ ਲਹਿਰ ਜਲ ਤੋਂ ਨਿਆਰੀ ਨਹੀਂ ਹੈ। ਇਸੇ ਤਰ੍ਹਾਂ ਤਿੰਨੇ ਕਾਲ ਹੀ ਗੁਰੂ ਵਾਹਿਗੁਰੂ ਤੋਂ ਨਿਆਰਾ ਨਹੀਂ ਹੈ। ਇਹ ਭਾਵਨਾ ਰੱਖਣੀ ਹੈ ਕਿ ਗੁਰੂ ਨਾਨਕ ਦੇਵ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇੱਥੇ ਸੰਪੂਰਨ ਨੇਚਾ ਰੱਖਣਾ। ਇਹ ਜਿਹੜੇ ਸ਼ਬਦ ਨੇ, ਇਹ ਮਹਾਰਾਜ ਦੀ ਨਿਮਰਤਾ ਸਮਝਣੀ ਹੈ। ਕਦੇ ਭੁੱਲ ਕੇ ਵੀ ਇਹ ਨਹੀਂ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਹੋਰ ਨੇ ਤੇ ਵਾਹਿਗੁਰੂ ਹੋਰ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ। ਆਪ ਜੀ ਇੱਥੇ ਨਿਮਰਤਾ ਜਨਾ ਰਹੇ ਨੇ। ਜਿਹੜਾ ਭਾਈ ਸਾਨੂੰ ਪਰਮੇਸ਼ਰ ਕਰਕੇ ਮੰਨੂਗਾ ਉਹ ਨਰਕਾਂ ਨੂੰ ਜਾਊ। ਇਹ ਤਾਂ ਹੈ ਸਪਸ਼ਟ ਵਿਆਖਿਆ ਸ਼ਰਧਾਲੂਆਂ ਵਾਸਤੇ। ਜੇ ਕੋਈ ਤੁਹਾਡੇ ਨਾਲ ਧੱਕਾ ਕਰਨ ਵਾਲਾ ਆਵੇ, ਸਤ ਸੰਗਤ ਜੀ ਟੱਕਰ ਮਾਰਨ ਵਾਲਾ ਪਸ਼ੂ ਜੂਨੀ ਹੈ, ਮਾਨਸ ਦੇ ਹੀ ਹੈ, ਪਸ਼ੂ ਜੂਨੀ ਵਾਲਾ ਸੁਭਾਅ ਹੋਵੇ, ਕਹਿਆ ਮਹਾਰਾਜ ਦਾ ਅਸੀਂ ਤੁਹਾਡੇ ਦਾ ਆਹ ਲਿਖਿਆ ਹੋਇਆ। ਪਰਮੇਸ਼ਰ ਸਤ ਸੰਗਤ ਜੀ ਹਿੰਦੂ ਮਤ ਅਨੁਸਾਰ 5 ਈਸ਼ਰ ਮੰਨੇ ਨੇ, ਸੂਰਜ, ਸ਼ਕਤੀ, ਗਣੇਸ਼, ਵਿਸ਼ਨੂੰ ਤੇ ਸ਼ਿਵ ਜੀ। ਇਹ ਉਹਨਾਂ ਨੇ 5 ਈਸ਼ਰ ਮੰਨੇ ਨੇ। ਮਹਾਰਾਜ ਕਹਿੰਦੇ ਭਾਈ ਸਾਨੂੰ ਉਹ ਨਾ ਮੰਨ ਲਿਓ ਕਿਤੇ। ਜਿਹੜਾ ਸਾਨੂੰ ਉਹ ਰੂਪ ਮੰਨੂਗਾ ਉਹ ਨਰਕਾਂ ਨੂੰ ਜਾਊਗਾ। ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰੈ। ਜਿਹੜਾ ਸਾਨੂੰ ਪਰਮੇਸ਼ਰ ਰੂਪ ਕਰਕੇ ਮੰਨੂਗਾ ਉਹ ਨਰਕਾਂ ਦੇ ਕੁੰਡ ਤੋਂ ਪਰੇ ਹੋ ਜਾਵੇਗਾ। ਨਰਕਾਂ ਦੇ ਕੁੰਡ ਵਿੱਚੋਂ ਸਤ ਸੰਗਤ ਜੀ ਬਚਾਅ ਹੋ ਜਾਵੇਗਾ ਉਸਦਾ।
ਜਿਹੜਾ ਗੁਰੂ ਸਾਹਿਬ ਨੂੰ ਸਤ ਸੰਗੀ ਬ੍ਰਹਮ ਰੂਪ ਕਰਕੇ ਮੰਨੇਗਾ। ਮੁਖ ਦਾਸ ਤਵਨ ਕੋ ਜਨ ਤਵਨ ਕਾ ਜਾਨੋ। ਹੇ ਸ਼ਰਧਾਲੂ ਗੁਰਸਿੱਖੋ, ਸਾਨੂੰ ਉਹ ਵਾਹਿਗੁਰੂ ਦਾ ਦਾਸ ਸਮਝ ਲੈਣਾ। ਜਾਂ ਮੈਂ ਭੇਦ ਨ ਰੰਚ ਪਛਾਨੋ। ਦੇਖ ਲੋ, ਇਹ ਵੀ ਦੱਸ ਦਿੱਤਾ ਵਾਹਿਗੁਰੂ ਤੇ ਸਾਡੇ ਚ ਰੰਚ ਮਾਤਰ ਵੀ ਭੇਤ ਨਹੀਂ ਹੈ। ਮੈਂ ਹੋ ਪਰਮ ਪੁਰਖ ਕੋ ਦਾਸਾ। ਅਸੀਂ ਦਾਸਾ ਭਾਵ ਧਾਰ ਕੇ ਕਹਿੰਦੇ ਹਾਂ ਪਰਮ ਪੁਰਖ ਕੌਣ ਹੈ? ਵਾਹਿਗੁਰੂ ਹੈ। ਸਾਰਿਆਂ ਤੋਂ ਵੱਡਾ ਪੁਰਸ਼ਾਰਥ ਦੇ ਦੇਣੇ ਵਾਲਾ ਉਹ ਅਕਾਲ ਪੁਰਖ ਅੰਤਰਜਾਮੀ ਦੇ ਅਸੀਂ ਦਾਸ ਹਾਂ। ਜੇ ਗੁਰੂ ਨਾਲ ਇੰਨੀ ਨਿਮਰਤਾ ਰੱਖਦਾ ਤਾਂ ਸਾਡੇ ਅੰਦਰ ਨਿਮਰਤਾ ਕਿੱਥੋਂ ਆਉਣੀ ਸੀ? ਇਹ ਸਭ ਨਿਮਰਤਾ ਗੁਰੂ ਸਾਹਿਬ ਨੇ ਭਰੀ ਹੈ। ਦੇਖਣ ਆਇਓ ਜਗਤ ਤਮਾਸ਼ਾ। ਸਾਡਾ ਆਉਣ ਦਾ ਪ੍ਰਯੋਜਨ ਕੋਈ ਨਹੀਂ, ਆ ਸੰਸਾਰ ਦਾ ਤਮਾਸ਼ਾ ਦੇਖਣ ਆਏ ਹਾਂ ਮਾਤ ਲੋਕ ਦੇ ਅੰਦਰ, ਭਲੇ ਵਾਸਤੇ ਜੀਵਾਂ ਦੇ। ਜੋ ਪ੍ਰਭ ਜਗਤ ਕਹਾਂ ਸੋ ਕਾਹੇ ਹੋ। ਜੋ ਪ੍ਰਭੂ ਨੇ ਸਾਨੂੰ ਕਿਹਾ ਹੁਕਮਨਾਮਾ ਉਹ ਜਗਤ ਪ੍ਰਤੀ ਅਸੀਂ ਕਹਿ ਕੇ ਸੁਣਾਉਂਦੇ ਹਾਂ। ਮ੍ਰਿਤ ਲੋਕ ਤੇ ਮੋਨ ਨ ਰਹਿਓ। ਆ ਮਾਤ ਲੋਕ ਦੇ ਕੱਚੇ ਪਿੱਲੇ ਲੋਕਾਂ ਤੋਂ, ਪੱਥਰ ਪੂਜ ਲੋਕਾਂ ਤੋਂ, ਜਿਹੜੇ ਸ਼ਰਈ ਲੋਕ ਨੇ ਇਸਲਾਮ ਮਤ ਵਾਲੇ, ਉਹਨਾਂ ਤੋਂ ਅਸੀਂ ਚੁੱਪ ਡਰ ਕੇ ਚੁੱਪ ਨਹੀਂ ਕਰਾਂਗੇ। ਚੌਪਈ ਜਿਨ ਜਿਨ ਨਾਮ ਤਿਹਾਰੋ ਧਿਆਇਆ। ਹੇ ਵਾਹਿਗੁਰੂ ਜੀ ਨੇ ਜਿਹਨੇ ਤੇਰੇ ਨਾਮ ਨੂੰ ਧਿਆਇਆ ਹੈ, ਦੁਖ ਪਾਪ ਤੇ ਨਿਕਟ ਨ ਆਇਆ। ਉਹਨਾਂ ਦੇ ਦੁੱਖ ਜੰਮਣ ਮਰਨ ਦੇ ਅਗਿਆਨ ਜਨ ਪਾਪ ਆਦਿ ਵਿਆਧੀ ਨੇੜੇ ਨਹੀਂ ਆਉਂਦੇ। ਜੇ ਜੇ ਔਰ ਧਿਆਨ ਕੋ ਤਰਹੀ। ਜਿਹੜੇ ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਇਧਰ ਉਧਰ ਧਿਆਨ ਧਾਰਦੇ ਹਨ, ਬਹਿਸ ਬਹਿਸ ਬਾਦਨ ਤੇ ਮਰਹੀ। ਉਹ ਪ੍ਰਸ਼ਨ ਉੱਤਰਾਂ ਦੇ ਵਿੱਚ ਫਸ ਕੇ ਝਗੜ ਕੇ ਸਤ ਸੰਗਤ ਜੀ ਮਰਦੇ ਹਨ। ਹਮੇ ਕਾਜ ਜਗਤ ਮੋਹ ਆਏ। ਇਹ ਗੁਰੂ ਕੇ ਸਿੱਖੋ ਕਲਗੀਧਰ ਪਾਤਸ਼ਾਹ ਕਹਿੰਦੇ ਅਸੀਂ ਇਹ ਕੰਮ ਵਾਸਤੇ ਜਗਤ ਵਿੱਚ ਆਏ ਹਾਂ। ਧਰਮ ਹੇਤ ਗੁਰਦੇਵ ਪਠਾਏ। ਗੁਰਦੇਵ ਅਕਾਲ ਪੁਰਖ ਅੰਤਰਜਾਮੀ ਦਿਵ ਧਰਤੂ ਪ੍ਰਕਾਸ਼ ਅਰਥੇ। ਦਿਵ ਦਾ ਭਾਵ ਪ੍ਰਕਾਸ਼ ਰੂਪ ਜੋ ਵਾਹਿਗੁਰੂ ਚੇਤਨ ਹੈ, ਉਸਨੇ ਸਾਨੂੰ ਭੇਜਿਆ ਹੈ। ਜਹਾਂ ਤਹਾਂ ਤੁਮ ਧਰਮ ਬਿਥਾਰੋ। ਕੀ ਹੁਕਮ ਦਿੱਤਾ ਕਿ ਜਿੱਥੇ ਕਿੱਥੇ ਵੀ ਚਰਨ ਪਾਓ ਉੱਥੇ ਧਰਮ ਦਾ ਪ੍ਰਚਾਰ ਕਰੋ ਔਰ ਧਰਮ ਨੂੰ ਫੈਲਾਓ। ਧਰਮ ਦੀ ਬਿਰਧੀ ਕਰਕੇ ਧਰਮੀ ਲੋਕਾਂ ਨੂੰ ਸਤਿਕਾਰ ਦਿਓ। ਦੁਸ਼ ਦੋਖੀਆਂ ਪਕੜ ਪਛਾਰੋ। ਜਿਹੜੇ ਗੁਰੂ ਘਰ ਦੇ ਦੁਸ਼ਟ ਹਨ, ਦੋਖੀ ਨੇ, ਈਰਖਾ ਕਰਨ ਵਾਲੇ, ਪਕੜ ਕੇ ਪਛਾੜ ਦਿਓ, ਉਹਨਾਂ ਨੂੰ ਖਤਮ ਕਰ ਦਿਓ। ਯਾਹੀ ਕਾਜ ਧਰਾ ਹਮ ਜਨਮਨ। ਇਹ ਯਾਹੀ ਕਾਜ ਧਰਾ ਹਮ ਜਨਮੰ, ਇਸ ਪ੍ਰਯੋਜਨ ਹਿਤ ਅਸੀਂ ਜਨਮ ਧਾਰਿਆ ਹੈ। ਸਮਝ ਲਿਓ ਸਾਧੂ ਸਭ ਮਨ ਮਨ। ਹੇ ਸਾਧੂ, ਸ੍ਰੇਸ਼ਟ ਸੁਭਾਅ ਵਾਲੇ, ਦੇਵੀ ਸੰਪਦਾ ਦੀ ਪੂੰਜੀ ਵਾਲੇ ਗੁਰਸਿੱਖੋ, ਇਹ ਮਨ ਵਿੱਚ ਸਮਝ ਲਿਓ। ਧਰਮ ਚਲਾਵਨ ਸੰਤ ਅਵਾਰਨ। ਕੀ ਕਰਤੱਵ ਹੈ ਸਾਡਾ? ਧਰਮ ਨੂੰ ਪ੍ਰਫੁੱਲਤ ਕਰਨਾ ਔਰ ਸੰਤਾਂ ਨੂੰ ਦੁੱਖਾਂ ਤੋਂ ਬਚਾਉਣਾ। ਦੁਸ਼ਮਨ ਕੋ ਮੂਲ ਅਪਾਰਨ। ਜਿੰਨੇ ਸਾਰੇ ਦੁਸ਼ਟ ਮਲੇਸ਼ ਨੇ ਉਹਨਾਂ ਦੀ ਜੜਾਂ ਪੱਟ ਦੇਣੀਆਂ। ਰਾਏਕੋਟ ਦੇ ਸਤਸੰਗੀ ਏਰੀਏ 'ਚ ਬੈਠ ਕਰਕੇ ਆਪਨੇ ਜਿਸ ਵੇਲੇ ਸਾਹਿਬਜ਼ਾਦਿਆਂ ਦਾ ਸਾਕਾ ਸੁਣਿਆ ਛੋਟਿਆਂ ਦਾ, ਜਦੋਂ ਹੀ ਕਾਹੀ ਦੇ ਬੂਟੇ 'ਚ ਮਾਰ ਕੇ ਤਲਵਾਰ ਦੀ ਨੋਕ, ਕਹਿੰਦੇ ਆਹ ਲੋ ਪੱਟਤੀ, ਕਹਿੰਦੇ ਤੁਰਕਾਂ ਦੀ ਜੜ। ਜਦੋਂ ਹੀ ਕੰਬਣ ਲੱਗ ਗਿਆ ਰਾਏ ਕੱਲਾ, ਕਹਿੰਦਾ ਮਹਾਰਾਜ ਮੈਂ ਵੀ ਤੁਰਕ ਹੈ। ਜਦੋਂ ਹੀ ਮਹਾਰਾਜ ਕਿਰਪਾਨ ਬਖਸ਼ੀ ਦਇਆ ਧਾਰ ਕੇ, ਕਹਿੰਦੇ ਆਹ ਸ਼ਸਤਰ ਹੈ, ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਯੰ ਨਮਸਕਾਰ ਤੇਯੰ। ਇਹ ਸ਼ਸਤਰ ਸਾਡਾ ਰੂਪ ਹੈ। ਜਿੰਨਾ ਚਿਰ ਇਹਦਾ ਸਤਿਕਾਰ ਰਹੂ, ਤੇਰੇ ਤੱਤੀ ਹਵਾ ਨਹੀਂ ਤੇਰੇ ਦਰਾਜ ਵੱਲ ਨੂੰ ਆਊ। ਇਹਦੇ ਪੋਤੇ ਨੇ ਮਹਾਰਾਜ ਦੀ ਸ੍ਰੀ ਸਾਹਿਬ ਗਾਤਰੇ ਪਾ ਕੇ ਨਿਰਾਦਰ ਕੀਤਾ, ਰਾਜ ਨਸ਼ਟ ਹੋਇਆ। ਜਦੋਂ ਆਪ ਜੀ ਨੇ ਭਾਣਾ ਵਰਤਾਉਣਾ ਸੀ ਹਜੂਰ ਸਾਹਿਬ ਮਾਤਾ ਸਾਹਿਬ ਦੇਵਾਂ ਨੂੰ, ਪਹਿਲਾਂ ਦਿੱਲੀ ਭੇਜਿਆ ਔਰ ਸ਼ਸਤਰ ਦਿੱਤੇ ਕਿ ਸ਼ਸਤਰ ਸਾਡਾ ਰੂਪ ਨੇ। ਉਹ ਕਹਿੰਦੀ ਮਾਂ ਪਤੀ ਦੇਵ, ਮੇਰਾ ਪਰਨ ਹੈ, ਮੈਂ ਤੁਹਾਡੇ ਦਰਸ਼ਨ ਕਰਕੇ ਭੋਜਨ ਛਕਦੀ ਹਾਂ, ਤੁਸੀਂ ਮੈਨੂੰ ਦਿੱਲੀ ਭੇਜਦੇ ਹੋ, ਮੈਂ ਕਿਹਦੇ ਆਸਰੇ ਹੋਊਂਗੀ? ਸੱਚੇ ਪਾਤਸ਼ਾਹ ਨੇ ਸ਼ਾਸਤਰਾਂ ਤੇ ਨੇਚਾ ਕਰਾਇਆ। ਸ਼ਾਸਤਰ ਵੀ ਗੁਰੂ ਹੈ, ਸ਼ਸਤਰ ਵੀ ਗੁਰੂ ਹੈ। ਸ਼ਾਸਤਰ ਕਹੀਏ ਗੁਰੂ ਗ੍ਰੰਥ ਸਾਹਿਬ, ਔਰ ਸ਼ਸਤਰ ਸਿੱਧਕੀ ਸਿੰਘਾਂ ਦਾ। ਸਤ ਸੰਗਤ ਜੀ, ਬਹੁਤ ਹੀ ਭਰੋਸਾ ਰੱਖਣ ਵਾਲੇ ਜਿਹੜੇ ਸਿੱਧਕੀ ਸਿੰਘ ਨੇ, ਉਹ ਸ਼ਸਤਰ ਦਾ ਇੰਨਾ ਆਦਬ ਰੱਖਦੇ ਹੈ ਜਿੰਨਾ ਕਿ ਗੁਰਬਾਣੀ ਦਾ ਹੈ ਤੁਲ। ਸਤ ਸੰਗਤ ਜੀ, ਸਾਰਿਆਂ ਤਖਤਾਂ ਤੇ ਸ਼ਸਤਰ ਪੂਜਾ ਹੈ ਔਰ ਸ਼ਾਸਤਰ ਪੂਜਾ ਵੀ ਹੈ। ਸੋ ਆਪ ਜੀ ਸਤ ਸੰਗਤ ਜੀ ਦੱਸ ਰਹੇ ਹਨ, ਪੜੋ ਪੰਕਤੀ ਇਹੀ। ਦੁਸ਼ਟ ਸਭਨ ਕੋ ਮੂਲ ਅਪਾਰਨ। ਇਹ ਸ਼ਸਤਰ ਦੇ ਸਤ ਸੰਗਤ ਜੀ ਤਾਕਤ ਦੇ ਨਾਲ
ਸਾਰੇ ਦੁਸ਼ਟਾਂ ਮਲੇਸ਼ਾਂ ਦੀ ਜੜ ਪੱਟਣੀ ਹੈ ਅਸੀਂ। ਜੇ ਜੇ ਭਏ ਪਹਿਲ ਅਵਤਾਰਾ। ਆ ਦੇਖੋ ਨਿਖੇਰ ਰਹੇ ਨੇ, ਕਹਿੰਦੇ ਹੇ ਗੁਰਸਿੱਖੋ, ਜਿੰਨੇ ਜਿੰਨੇ ਪਹਿਲਾਂ ਅਵਤਾਰ ਹੋਏ ਰਾਮਚੰਦਰ ਕ੍ਰਿਸ਼ਨ ਆਦਿਕ, ਆਪ ਆਪੋ ਤਿਨ ਜਾਪ ਉਚਾਰਾ। ਉਹਨਾਂ ਨੇ ਜਾਪ ਤਾਂ ਲੋਕਾਂ ਤੋਂ ਜਪਾਇਆ, ਲੇਕਿਨ ਆਪੋ ਆਪਣਾ। ਕ੍ਰਿਸ਼ਨ ਕਹਿੰਦਾ ਰਾਧਕਾ ਮੇਰੀ ਦਾ ਨਾਮ ਲਿਆ ਕਰੋ, ਰਾਧੇ ਰਮਣ ਰਾਧੇ ਰਮਣ, ਰਾਧਾ ਨੂੰ ਭੋਗਣ ਵਾਲਾ। ਦੱਸੋ ਇਹ ਕੋਈ ਨਾਂ ਹੈ? ਇਸੇ ਤਰ੍ਹਾਂ ਸਤ ਸੰਗ ਜੀ ਸੀਤਾਪਤੀ ਸੀਤਾਪਤੀ ਸੀਤਾ ਰਾਮ, ਸੀਤਾ ਪਹਿਲਾਂ ਹੀ ਆ ਗਈ, ਪ੍ਰਧਾਨ ਬਣ ਗਈ। ਸੋ ਸਤ ਸੰਗ ਜੀ ਮਾਇਆ ਹੈ, ਮਾਇਆ ਦੇ ਪ੍ਰਭਾਵ ਥੱਲੇ ਸਾਰੇ ਅਵਤਾਰ ਰਹੇ। 10ਵੇਂ ਪਾਤਸ਼ਾਹ ਨੇ ਕਦੇ ਕਿਹਾ ਵੀ ਮਾਤਾ ਸਾਹਿਬ ਦੇਵਾਂ ਨੂੰ ਧਿਆਇਓ ਪਹਿਲਾਂ, ਗੁਰੂ ਨਾਨਕ ਦੇਵ ਜੀ ਨੇ ਕਦੇ ਕਿਹਾ ਵੀ ਮਾਤਾ ਸੁਲੱਖਣੀ ਨੂੰ ਧਿਆਇਓ ਜਾਂ ਮਾਤਾ ਤ੍ਰਿਪਤਾ ਨੂੰ ਧਿਆਇਓ। ਉਹਨਾਂ ਦਾ ਸਤਿਕਾਰ, ਉਹਨਾਂ ਦੇ ਥੋਂ ਰੋਮ ਰੋਮ ਜਿੰਨੇ ਹਨ ਆਪਣੇ, ਉਹਨੇ ਜਨਮ ਧਾਰ ਕੇ ਖਾਸ ਸੰਗਤ ਜੀ ਮਾਤਾ ਤ੍ਰਿਪਤਾ ਦੀ ਚਰਨੀ ਡਿੱਗੇ ਰਹੀਏ ਤਾਂ ਵੀ ਆਪਾਂ ਦੇਣ ਨਹੀਂ ਦੇ ਸਕਦੇ। ਆ ਜਿੰਨੀ ਫੁਲਵਾੜੀ ਆ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ। ਜੋ ਗੁਰੂ ਘਰ ਵਿੱਚ ਮਾਤਾਵਾਂ ਹੋਈਆਂ ਸਤ ਸੰਗਤ ਜੀ, ਉਹਨਾਂ ਦੀ ਦੇਣ ਦਿੱਤੀ ਜਾ ਸਕਦੀ ਹੈ, ਮਾਤਾ ਨਾਨਕੀ, ਮਾਤਾ ਗੁਜਰੀ ਜੈਸੀਆਂ ਦੀ। ਲੇਕਿਨ ਮਹਾਰਾਜ ਸਾਹਿਬ ਜੀ ਨਿਰਮੋਹ ਹਨ, ਕੋਈ ਸਤ ਸੰਗਤ ਜੀ ਮੋਹ ਦੇ ਅੰਦਰ ਨਹੀਂ ਆਏ, ਨਿਰਵੈਰ ਸਰੂਪ ਨੇ। ਆਪਨੇ ਰੋਲ ਅਕਾਲ ਪੁਰਖ ਅੰਤਰਜਾਮੀ ਦਾ ਜਾਪ ਜਪਾਇਆ। ਜੇ ਜੇ ਭਏ ਪਹਿਲ ਅਵਤਾਰਾ, ਆਪ ਆਪ ਤਨ ਜਾਪ ਉਚਾਰਾ। ਆਪੋ ਆਪਣਾ ਨਾਮ ਜਪਾਉਂਦੇ ਸਭ ਚਲੇ ਗਏ। ਪ੍ਰਭ ਦੋਖੀ ਕੋਈ ਨਾ ਬਦਾਰਾ। ਕੀ ਕੀਤਾ ਸਤ ਸੰਗਤ, ਜੋ ਪਰਮੇਸ਼ਰ ਦੇ ਉਲਟ ਸੀ ਲੋਕ, ਉਹਨਾਂ ਨੂੰ ਨਾਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਆਪਣੇ ਆਪ 'ਚ ਹੀ ਉਲਝੇ ਰਹੇ। ਕੀ 10,000 ਸਾਲ ਦੀ ਆਯੂ ਸੀ ਕਹਿੰਦੇ ਰਾਮਚੰਦਰ ਦੀ, ਸਾਰੀ ਉਮਰ ਵਿਚਾਰੇ ਨੇ ਸੀਤਾ ਹੀ ਛੁਡਾਈ ਰੌਣ ਤੋਂ। ਆਹੀ ਸਤ ਸੰਗਤ ਪੁਆੜੇ ਪਏ ਰਹੇ। ਜੇ ਕੋਈ ਸੁੱਖ ਦੇ ਦਿਨ ਆਏ ਅਯੁੱਧਿਆ ਵਿੱਚ ਤਾਂ ਬਨਵਾਸ ਦੇ ਬੈਠਾ ਸੀਤਾ ਨੂੰ ਲਬੂ ਕੁਸ਼ੂ ਨਾ, ਉਹ ਜੰਗ ਹੋਇਆ ਰਾਮ ਤੀਰਥ ਤੇ, ਸਾਰੀ ਫੌਜ ਬੇਹੋਸ਼ ਕਰਕੇ ਲਬੂ ਕੁਸ਼ੂ ਨਾਲ ਸਿੱਟ ਦਿੱਤੀ। ਫਿਰ ਸੀਤਾ ਨੇ ਆਪਣੇ ਸਤ ਨਾਲ ਸਾਰੀ ਜਿਉਂਦੀ ਕੀਤੀ। ਇਹ ਪੁਆੜੇ ਪਏ ਰਹੇ। ਕ੍ਰਿਸ਼ਨ ਨੇ ਕੀ ਕੀਤਾ, 1000 ਸਾਲ ਦੀ ਉਮਰ ਸੀ, ਨਾਨੇ ਨੂੰ ਰਾਜ ਦਿਵਾਇਆ ਮਾਮੇ ਨੂੰ ਮਾਰ ਕੇ। ਜਰਾਸੰਧ ਮਾਮੇ ਦਾ ਸਹੁਰਾ ਸੀ, ਚੜ ਚੜ ਆਉਂਦਾ ਰਿਹਾ, ਜੰਗ ਹੁੰਦੇ ਰਹੇ। ਡਰਦਾ ਉਹ ਪ੍ਰਭਾਤ ਖੇਤਰ ਤੇ ਸਤ ਸੰਗਤ ਜੀ ਜਾ ਰਿਹਾ, ਦੁਆਰਕਾ ਵਿੱਚ ਨਵੀਂ ਵਸਾ ਲਈ। ਗੋਪੀਆਂ ਨਾਲ ਕਲੋਲ ਕੀਤੇ, ਬਿੰਦਰਾਵਨ ਮੈਂ ਰੰਗ ਕੀਆ। ਆਹ ਕੁਝ ਕੀਤਾ, ਉਮਰ ਕਿੰਨੀ ਸੀ, ਕੰਮ ਕਿੰਨਾ ਕੁ। ਇੱਧਰ ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀ ਆਜੂ ਕਿੰਨੀ ਕੁ, 10ਵੇਂ ਪਾਤਸ਼ਾਹ ਦੀ 42 ਕੁ ਸਾਲ ਦੀ ਆਜੂ, ਤੇ ਅੱਜ ਖਾਲਸਾ ਜੀ ਪੰਥ ਖਾਲਸਾ ਕਿਹਦੀ ਕਿਰਪਾ ਹੈ। ਆ ਜਿਤਨਾ ਸਤ ਸੰਗਤ ਜੀ ਕੋਨੇ ਕੋਨੇ ਵਿੱਚ ਗੁਰੂ ਕੀ ਸਿੱਖੀ ਫੈਲ ਰਹੀ ਹੈ, ਇਹ ਗੁਰੂ ਕੇ ਸਤ ਸੰਗਤ ਜੀ 10 ਜੋਤਾਂ 'ਚ 239 ਕੁ ਸਾਲ ਦੇ ਧਾਰ ਕੇ ਆਪ ਜੀ ਮਾਤ ਲੋਕ ਵਿੱਚ ਦ੍ਰਿਸ਼ਟੀ ਗੋਚਰ ਰਹੇ। ਨਾਲੇ ਦੱਸ ਦਿੱਤਾ ਖਾਲਸਾ ਜੀ ਅਸੀਂ ਜਾਵਾਂਗੇ ਨਹੀਂ, ਖਾਲਸੇ ਦੇ ਸਦਾ ਅੰਗ ਸੰਗ ਰਹਾਂਗੇ। ਸੋ ਗੁਰੂ ਕੇ ਸੰਗ ਤਿਆਰ ਬਿਰਤਿਆਰ ਤਦੇ ਸਤ ਸੰਗਤ ਜੀ ਰਿਹਾ ਜਾ ਸਕਦਾ, ਜੇ ਮਹਾਰਾਜ ਨੂੰ ਆਪਾਂ ਸਿਰ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਸਦਾ ਅੰਗ ਸੰਗ ਸਮਝਦੇ ਹਾਂ ਖਾਲਸਾ। ਧਰਮ ਕਰਮ ਕੋ ਰਾਹੋ ਨ ਡਾਰਾ। ਜਿੰਨੇ ਪਹਿਲਾਂ ਅਵਤਾਰ ਹੋਏ ਉਹਨਾਂ ਨੇ ਧਰਮ ਦੇ ਜਿਹੜੇ ਕਰਮ ਸੀ ਨਾ, ਉਹਨਾਂ ਦੇ ਰਸਤੇ ਨਾ ਦੁਨੀਆ ਨੂੰ ਪਾਇਆ। ਜੇ ਜੇ ਗੌਸ ਅੰਬੀਆਂ ਪਏ। ਜਿਹੜੇ ਜਿਹੜੇ ਸਤ ਸੰਗਤ ਜੀ ਵੱਡੇ ਵੱਡੇ ਰਾਜੇ, ਗੌਸ ਸਤ ਸੰਗਤ ਜੀ ਫਾਰਸੀ ਅੱਖਰ ਹੈ, ਸਿੱਧੀਆਂ ਹੋਇਆ ਕਰਦੀਆਂ ਨੇ। ਅਣਮਾ ਮਹਿਮਾ ਗਰਮਤਾ ਲਗਮਾ ਆਦਿਕ, ਬੈਠੇ ਬੈਠੇ ਆਪਣੇ ਅੰਗ ਨਿਖੇੜ ਲੈਣੇ, ਅੱਡ ਅੱਡ ਕਰ ਲੈਣੇ, ਇੱਕਦਮ ਫੇਰ ਜੋੜ ਲੈਣੇ। ਬਹੁਤ ਸਾਰੇ ਸਾਧੂਆਂ 'ਚ ਐਸੀ ਸ਼ਕਤੀ ਹੋਇਆ ਕਰਦੀ। ਇੱਕ ਭੂਰੀ ਵਾਲੇ ਮਹਾਤਮਾ ਹੋਏ ਸਤ ਸੰਗਤ ਜੀ, ਉਹ ਇਸ ਤਰ੍ਹਾਂ ਕਰ ਲੈਂਦੇ। ਇਹ ਥੱਲੇ ਥੱਲੇ ਸਤ ਸੰਗਤ ਜੀ ਵਸਤਾਂ ਨੇ ਬ੍ਰਹਮ ਗਿਆਨ ਤੋਂ। ਇਹ ਬੇਅੰਤ ਸ਼ਕਤੀਆਂ ਭਜਨ ਸਿਮਰਨ ਵਾਲੇ ਨੂੰ ਸਮਝਦੇ ਵਿਘਨ ਪਾਉਂਦੀਆਂ ਹਨ ਪਰਮੇਸ਼ਰ ਦੀ ਪ੍ਰਾਪਤੀ ਵਿੱਚ। ਸੋ ਐਸੇ ਜਿਹੜੇ ਸ਼ਕਤੀਆਂ ਵਾਲੇ ਪਹਿਲਾਂ ਹੋਏ, ਮੈਂ ਕਰਤ ਜਗ ਤੇ ਗਏ। ਉਹਨਾਂ ਦੇ ਅੰਦਰੋਂ ਮੈਂ ਨਾ ਗਈ ਖਾਲਸਾ ਜੀ। ਹਉਮੈ ਕਰੀ ਤਾਂ ਤੂੰ ਨਹੀਂ, ਤੂੰ ਹੋਵੇ ਹੋ ਨਾ ਹੈ। ਬੂਝੋ ਗਿਆਨੀ ਬੂਝਣਾ, ਕਥ ਕਥਾ ਮਨ ਮਾਹੇ। ਗੁਰੂ ਕੇ ਕੱਢਦੇ ਹੀ ਪਹਿਲਾਂ ਹਉਮੈ, ਹੋ ਵਿੱਚ ਆਇਆ, ਹੋ ਵਿੱਚ ਗਿਆ, ਹੋ ਵਿੱਚ ਜੰਮਿਆ, ਹੋ ਵਿੱਚ ਮੋਆ। ਹਉਮੈ ਵਿੱਚ ਹੀ ਸਤ ਸੰਗਤ ਜੀ ਸਾਰੇ ਪੁਆੜੇ ਹਨ। ਹਉਮੈ ਦੀ ਬੱਧੀ ਦੁਨੀਆ ਦੁੱਖ ਭਰ ਰਹੀ ਹੈ। ਆਪ ਜੀ ਕਹਿੰਦੇ ਭਾਈ ਜਿਹੜੇ ਪਹਿਲਾਂ ਅਵਤਾਰ ਹੋਏ ਵੱਡੇ ਵੱਡੇ ਰਿਖੀ ਮੁਨੀ,
ਉਹ ਮੈਂ ਨਾ ਗਈ, ਉਹਨਾਂ ਦੇ ਅੰਦਰੋਂ ਹੰਗਤਾ ਮਮਤਾ ਦੇ ਬੰਨ ਲੈ। ਮਹਾਪੁਰਖ ਕਹੂ ਨਾ ਪਛਾਨਾ, ਮਹਾਪੁਰਖ ਬੋਧਕ ਸ਼ਬਦ ਹੈ ਵਾਹਿਗੁਰੂ ਦਾ ਹੈ। ਵਾਹਿਗੁਰੂ ਦੀ ਪਛਾਣ ਨਾ ਕਿਸੇ ਨੇ ਕੀਤੀ। ਕਰਮ ਧਰਮ ਕੋ ਕਛੂ ਨ ਜਾਨਾ, ਜਿਹੜਾ ਧਰਮ ਦਾ ਕਰਮ ਸੀ ਸਦਾ ਵਾਸਤੇ ਦੇਖ ਪਰਾਈਆਂ ਚੰਗੀਆਂ ਮਾਮਾ ਭੈਣਾਂ ਧੀਆਂ ਜਾਣੈ। ਐਸੇ ਜੋ ਗੁਰੂ ਕੀ ਸਿੱਖੀ ਰਹਿਤ ਬਹਿਤ ਹੈ, ਇਹਨੂੰ ਕਿਸੇ ਨੇ ਜਾਣਿਆ ਹੀ ਨਾ। ਔਰਨ ਕੀ ਆਸਾ ਕਿਛ ਨਾਹੀ, ਖਾਲਸਾ ਜੀ ਸਾਨੂੰ ਹੋਰ ਕਿਸੇ ਭੇਖ ਦੀ ਕਿਸੇ ਧਰਮ ਦੀ ਆਸ ਨਹੀਂ ਹੈ। ਉਹਨਾਂ ਦੇ ਕੋਲੋਂ ਅਸੀਂ ਕੁਝ ਲੈਣਾ ਨਹੀਂ ਚਾਹੁੰਦੇ। ਇੱਕ ਆਸ ਧਰੋ ਮਨ ਮਾਹੀ, ਇੱਕ ਵਾਹਿਗੁਰੂ ਦੇ ਚਰਨਾਂ 'ਚ ਅਸੀਂ ਆਸ ਰੱਖਦੇ ਹਾਂ। ਆਨ ਆਸ ਉਪਜਤ ਕਿਛ ਨਾਹੀ, ਹੋਰ ਸਾਡੇ ਮਨ ਵਿੱਚ ਕਿਸੇ ਕੋਲੋਂ ਓਟ ਆਸਰਾ ਲੈਣ ਦੀ ਆਸ ਹੀ ਨਹੀਂ ਪੈਦਾ ਹੋਈ। ਵਾਕੀ ਆਸ ਧਰੋ ਮਨ ਮਾਹੀ, ਉਹ ਅਕਾਲ ਪੁਰਖ ਅੰਤਰਜਾਮੀ ਦੇ ਚਰਨਾਂ ਦੀ ਸਾਨੂੰ ਆਸਾ ਹੈ। ਦੋਹਰਾ ਕੋਈ ਪਰਤ ਕਰਾਨ ਕੋਈ ਪਰਤ ਕਰਾਨ, ਬੜੇ ਬੜੇ ਸਤ ਸੰਗਤ ਜੀ ਜਿੰਨੇ ਕੋਈ ਕੁਰਾਨਾਂ ਨੂੰ ਪੜ੍ਹਦਾ ਹੈ, ਕੋਈ ਹਿੰਦਵਾਸੀ ਲੋਕ 18 ਪੁਰਾਣਾਂ ਨੂੰ ਪੜ੍ਹਦੇ ਹਨ। ਆਪੋ ਆਪਣੀਆਂ ਕਿਤਾਬਾਂ ਨੂੰ, ਵੇਦਾਂ ਨੂੰ, ਸੁਰਤੀਆਂ ਸਿਮਰਤੀਆਂ, ਸਰਬ ਗਾਵੋ ਉਪਨਿਸ਼ਦੋ ਗੋਬਿੰਦ ਗੋਪਾਲ ਨੰਦਨਾ 52 ਉਪਨਿਸ਼ਦਾਂ ਹਨ, ਉਹਨਾਂ ਨੂੰ ਲੋਕ ਪੜ੍ਹੀ ਜਾਂਦੇ ਹਨ। ਲੇਕਿਨ ਅਸੀਂ ਤਾਂ ਭਾਈ ਵਾਹਿਗੁਰੂ ਦੇ ਚਿੰਤਨ ਵਿੱਚ ਖਾਲਸੇ ਨੂੰ ਲਾਇਆ ਹੈ। ਅਸੀਂ ਕਿਸੇ ਦੇ ਲੜ ਨਹੀਂ ਲਾਇਆ। ਅਕਾਲ ਪੁਰਖ ਅੰਤਰਜਾਮੀ ਦੇ ਨਾਲ ਸਤ ਸੰਗਤ ਜੀ ਆਪ ਜੀ ਨੇ ਸੰਬੰਧ ਜੋੜਿਆ ਹੈ ਖਾਲਸੇ ਦਾ। ਆਪ ਜੀ ਦੱਸ ਰਹੇ ਹਨ, ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਪੜੋ ਪੰਕਤੀ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ, ਜਦੋਂ ਵਾਹਿਗੁਰੂ ਦੀ ਇਸ ਪ੍ਰਕਾਰ ਖਾਲਸਾ ਜੀ ਆਗਿਆ ਹੋਈ ਤਾਂ ਅਸੀਂ ਅਵਤਾਰ ਧਾਰਿਆ ਪਟਨੇ ਸਾਹਿਬ ਵਿਖੇ। ਆ ਮੈਂ ਕਥਾ ਸੰਖੇਪ ਤੇ, ਹੁਣ ਅਸੀਂ ਸੰਖੇਪ ਦੇ ਨਾਲ ਹੀ ਤੁਹਾਨੂੰ ਹੋਰ ਦੱਸਦੇ ਹਾਂ ਆਪਣੀ ਕਥਾ। ਸਭੂਨ ਕਹਿਤ ਸੁਨਾਏ, ਸਾਰਿਆਂ ਨੂੰ ਕਹਿ ਕੇ ਸੁਣਾਉਂਦੇ ਹਾਂ। ਚੌਪਈ ਮੋਰ ਪਿਤ ਪੂਰਬ ਕਿਸ ਪਿਆਨਾ, ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਤਾ ਗੱਦੀ ਪ੍ਰਾਪਤ ਕਰਕੇ ਬਾਬੇ ਬਕਾਲੇ ਤੋਂ ਉੱਠ ਕੇ 22 ਮੰਜੀਆਂ ਵਾਲੇ ਸੋਢੀ ਜੋ ਈਰਖਾ ਕਰਦੇ ਸਨ, ਉਹਨਾਂ ਦੀ ਈਰਖਾ ਦੀ ਅੱਗ ਚੋਂ ਨਿਕਲ ਕੇ ਅੰਮ੍ਰਿਤਸਰ ਯਾਤਰਾ ਕਰਦੇ ਹੋਏ ਪਹਾੜ ਵੱਲ ਨੂੰ ਆਏ ਔਰ ਅਨੰਦਪੁਰੀ ਬੰਨਣਾ ਕੀਤੀ। ਉਸ ਤੋਂ ਬਾਅਦ ਵਿਚਰਨ ਵਾਸਤੇ ਕਮਰ ਕੱਸੇ ਕੀਤੇ। ਮੁਰਪਤ ਪੂਰਬ ਕੀਸ ਪਿਆਨਾ, ਸਾਡੇ ਪਿਤਾ ਨੇ ਪੂਰਬ ਦੇ ਦੇਸ਼ ਨੂੰ ਜਾਣਾ ਕੀਤਾ। ਭਾਂਤ ਭਾਂਤ ਕੇ ਤੀਰਥ ਨਾਨਾ, ਗੰਗਾ ਜਮਨਾ ਸਰਸਤੀ ਬੇਅੰਤ ਤੀਰਥ ਨੇ, ਤਰ੍ਹਾਂ ਤਰ੍ਹਾਂ ਦੇ ਤੀਰਥਾਂ ਤੇ ਨਹਾਏ। ਜਬ ਹੀ ਜਾਤ ਤਰਬੈਣੀ ਭਏ, ਤਰਵੈਣੀ ਗੰਗਾ ਜਮਨਾ ਸਰਸਤੀ ਜਿੱਥੇ ਇਕੱਠੀਆਂ ਹੁੰਦੀਆਂ, ਜਦ ਪ੍ਰਾਗਰਾਜ ਤੀਰਥ ਤੇ ਇਲਾਹਾਬਾਦ ਜਾਂਦੇ ਪਏ। ਪੁੰਨ ਦਾਨ ਤਿਨ ਕਰਤ ਬਤੇ, ਉੱਥੇ ਕਿਵੇਂ ਰਹੇ? ਬੜੇ ਭਾਰੀ ਪੁੰਨ ਦਾਨ ਕੀਤੇ। ਨਹੀਂ ਪ੍ਰਕਾਸ਼ ਹਮਾਰਾ ਪਇਓ, ਉੱਥੇ ਖਾਲਸਾ ਜੀ ਵਾਹਿਗੁਰੂ ਦੇ ਹੁਕਮ ਨਾਲ ਸਾਡਾ ਪ੍ਰਕਾਸ਼ ਹੋਣਾ ਹੋਇਆ ਕਿ ਮਾਤਾ ਗੁਜਰੀ ਦੇ ਉਦਰ ਦੇ ਵਿੱਚ ਅਸੀਂ ਆ ਕੇ ਪ੍ਰਵੇਸ਼ ਹੋਏ। ਪਟਨਾ ਸ਼ਹਿਰ ਵਿਖੇ ਭਵ ਲਿਓ, ਭਵ ਕਹੀਏ ਜਨਮ ਹੈ ਜਿਹੜਾ ਅਵਤਾਰ ਧਾਰਨਾ ਅੱਜ ਦੇ ਦਿਨ ਇਹ ਪਟਨਾ ਸਾਹਿਬ ਵਿਖੇ ਲਿਆ ਹੈ। ਮਦਰ ਦੇਸ਼ ਹਮ ਕੋ ਲੈ ਆਏ, ਅਸੀਂ ਬਾਲਕ ਅਵਸਥਾ ਉੱਥੇ ਬਤੀਤ ਕੀਤੀ 5 ਸਾਲ ਦੀ ਆਜੂ। ਉਸ ਤੋਂ ਬਾਅਦ ਸਾਨੂੰ ਪੰਜਾਬ ਦੇਸ਼ ਵਿੱਚ ਲੈ ਕੇ ਆਏ। ਭਾਂਤ ਭਾਂਤ ਦਾਈ ਅੰਦਲ ਰਾਏ, ਇੱਥੇ ਕੀ ਹੋਇਆ? ਆਨੰਦਪੁਰ ਸਾਹਿਬ ਤਰ੍ਹਾਂ ਤਰ੍ਹਾਂ ਦੀਆਂ ਦਾਸੀਆਂ ਨੇ ਸਾਨੂੰ ਲਡਾਇਆ ਔਰ ਸਿੱਖਿਆ ਦਿੱਤੀ। ਕੀਨੀ ਅਨਕ ਭਾਂਤ ਤਨ ਰੱਛਾ, ਸਾਡੇ ਸਰੀਰ ਦੀ ਮਾਤਾ ਨਾਨਕੀ ਜੀ ਨੇ, ਮਾਤਾ ਗੁਜਰੀ ਜੀ ਨੇ, ਇਸ ਤਰ੍ਹਾਂ ਹੋਰ ਦਾਸੀਆਂ ਨੇ, ਦਾਸਾਂ ਨੇ ਬਹੁਤ ਤਰ੍ਹਾਂ ਸਾਡੇ ਸਰੀਰ ਦੀ ਪਾਲਣਾ ਪੋਸ਼ਣਾ ਕੀਤੀ। ਦੀਨੀ ਭਾਂਤ ਭਾਂਤ ਕੀ ਸ਼ਿक्षा, ਤਰ੍ਹਾਂ ਤਰ੍ਹਾਂ ਦੀ ਸਿੱਖਿਆ ਦਿੱਤੀ ਕਿ ਗੁਰੂ ਨਾਨਕ ਦੇਵ ਜੀ ਦਾ ਘਰ ਹੈ। ਜਬ ਹਮ ਧਰਮ ਕਰਮ ਹੋ ਆਏ, ਇਹ ਗੁਰਸਿੱਖੋ ਜਦੋਂ ਅਸੀਂ ਧਰਮ ਕਰਮ ਭਾਵ ਧਰਮ ਦੀ ਸੋਧ ਬੋਧ ਹੋਈ। ਹੁਣ 5-6 ਸਾਲ ਦੇ ਬੱਚੇ ਨੂੰ ਸਤ ਸੰਗਤ ਜੀ ਗੁਰੂ ਘਰ ਕੋਈ ਆ ਕਥਾ ਦਾ ਨਹੀਂ ਪਤਾ, ਕੀਰਤਨ ਦਾ ਨਹੀਂ ਪਤਾ। ਸਹਿਜੇ ਸਹਿਜੇ ਜਿਸ ਵੇਲੇ ਸਤ ਸੰਗਤ ਜੀ 10-15 ਸਾਲ ਦੀ ਆਜੂ ਹੋ ਜਾਂਦੀ ਹੈ, ਫਿਰ ਸਹਿਜੇ ਸਹਿਜੇ ਸਤ ਸੰਗਤ ਜੀ ਪਤਾ ਲੱਗਣ ਲੱਗ ਜਾਂਦਾ। ਸੋ ਆਪ ਜੀ ਤੋਂ ਪਰਮੇਸ਼ਰ ਦਾ ਰੂਪ ਹਨ। ਕਹਿੰਦੇ ਜਬ ਹਮ ਧਰਮ ਕਰਮੋਂ ਆਏ, ਜਦੋਂ ਦੇਖਿਆ ਵੀ ਉਮਰ ਹੋਈ 8-9 ਸਾਲ ਦੀ, ਫਿਰ ਕੁਝ ਸਤ ਸੰਗਤ ਜੀ ਸਮਝ ਆਉਣ ਲੱਗ ਜਾਂਦੀ ਹੈ। 9 ਸਾਲ ਦੀ ਆਜੂ ਸੀ ਜਦੋਂ ਆਪ ਜੀ ਸਤ ਸੰਗਤ ਜੀ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ। ਜਦੋਂ ਧਰਮ ਦੀ ਸਿੱਖਿਆ
ਸਾਨੂੰ ਪ੍ਰਾਪਤ ਹੋਈ। ਦੇਵ ਲੋਕ ਤਵ ਪਿਤਾ ਸਧਾਏ। ਭਾਣਾ ਵਰਤ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚਖੰਡ ਨੂੰ ਚਲੇ ਗਏ। ਠੀਕਰ ਫੋਲ ਦਰੀਸਰ ਪ੍ਰਭ ਰਖਿਓ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਹੁਆਨ। ਸਾਡੇ ਪਿਤਾ ਜੀ ਸੱਚਖੰਡ ਨੂੰ ਚਲੇ ਗਏ। ਚੌਪਈ ਰਾਜ ਸਾਜ ਹਮ ਪਰ ਜਬ ਆਇਓ। ਸਾਰੀ ਜ਼ਿੰਮੇਵਾਰੀ ਗੁਰਤਾ ਗੱਦੀ ਦੀ, ਉਹ ਜਿਹੜਾ ਤਖਤ ਰਚਿਆ ਸਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਉਹ ਸਾਰੀ ਜ਼ਿੰਮੇਵਾਰੀ ਸਾਡੇ ਸੀਸ ਤੇ ਆ ਗਈ। ਜਥਾ ਸ਼ਕਤ ਤਬ ਧਰਮ ਚਲਾਇਓ। ਜੈਸੇ ਵਾਹਿਗੁਰੂ ਨੇ ਸਾਨੂੰ ਸ਼ਕਤੀ ਦਿੱਤੀ, ਜੈਸਾ ਬਲ ਸੀ, ਅਸੀਂ ਧਰਮ ਦਾ ਪ੍ਰਚਾਰ ਕੀਤਾ। ਬੇਅੰਤ ਗੁਰੂ ਕੇ ਸਿੱਖਾਂ ਨੂੰ ਨਵਾਂ ਰੰਗ ਚਾੜਿਆ ਔਰ ਇਸ ਠੇਰੀ ਤੇ ਬੈਠ ਕੇ ਕੇਸਗੜ੍ਹ ਤਖਤ ਤੇ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ ਔਰ ਸਿਰਲਤ ਸੂਰਮੇ ਪ੍ਰਗਟ ਕੀਤੇ। ਸੋ ਖਾਲਸਾ ਜੀ, ਇਤਿਹਾਸ ਦੇ ਅੰਦਰ ਵਰਣਨ ਹੈ, ਹਮੇਸ਼ਾ ਵਾਸਤੇ ਵਾਹਿਗੁਰੂ ਆਪ ਹੀ ਜੁਗਾਂ ਜੁਗਾਂ ਤੋਂ ਰਿਖੀਆਂ ਮੁਨੀਆਂ ਦਾ ਰੂਪ ਧਾਰ ਕੇ ਗੁਪਤ ਦੁਨੀਆ ਦੀ ਕਲਿਆਣ ਵਾਸਤੇ ਉਤਰਦਾ ਰਹਿੰਦਾ ਹੈ। ਜਿਵੇਂ 100 ਸਾਖੀ ਵਿੱਚ ਵੀ ਆ, ਨਾਮ ਧਾਰੀਏ ਵੀ ਇਹ ਪ੍ਰਚਾਰ ਕਰਦੇ ਹੈ। ਉਹ ਤਾਂ ਵਿਚਾਰੇ ਕਰਦੇ ਆ ਵੀ ਆਪਣੇ ਗੁਰੂ ਨੂੰ ਸਿੱਧ ਕਰਨ ਵਾਸਤੇ, ਉਹਨਾਂ ਦਾ ਪ੍ਰਯੋਜਨ ਹੋਰ ਕੋਈ ਨਹੀਂ। 100 ਸਾਖੀ ਚਾਹ ਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਬਚਨਾ ਸੀ, 84 ਜਾਮੇ ਸੰਤ ਰੂਪ ਵਿੱਚ ਉਤਰਾਂਗੇ। ਹੁਣ 84 ਸਤ ਸੰਗ ਜੀ ਜਾਮੇ ਦੇਖ ਲਓ, ਕਿਹੜਾ ਮੁੱਕਣ ਵਾਲੇ, 84 ਕਾਹਦਾ ਮੁੱਕੇ। ਉਹਨਾਂ 84 ਜਾਮਿਆਂ ਦੇ ਵਿੱਚੋਂ ਕਹਿੰਦੇ ਬਾਬਾ ਰਾਮ ਸਿੰਘ ਵਗੈਰਾ ਨਾਂ ਆਪੋ ਆਪਣੇ ਦਾ ਲੈ ਲੈਂਦੇ। ਉਹ ਕਹਿੰਦਾ ਮੇਰਾ ਵੀ ਉਹਨਾਂ ਚੋਂ ਹੀ ਹੈ, ਉਹ ਕਹਿੰਦਾ ਮੇਰਾ ਸੰਤ ਵੀ ਉਹਨਾਂ ਚੋਂ ਹੀ ਹੈ, ਐ ਬਹਾਨਾ ਬਣਾ ਲੈਂਦੇ। ਇਸੇ ਕਰਕੇ ਖਾਲਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਸੰਗ ਜੀ ਮਾਰੇ ਲੜ ਲਾਇਆ। ਜੇ ਕੋਈ ਸਾਧੂ ਸੰਤ ਗੁਪਤ ਵਾਹਿਗੁਰੂ ਗੁਰੂ ਪਰਮੇਸ਼ਰ ਨੇ ਰੂਪ ਧਾਰਿਆ ਵੀ ਹੈ, ਆਵੇਗਾ ਸਤਸੰਗ ਜੀ ਗੁਰਮਤਿ ਅਨੁਕੂਲ ਹੀ ਸਿੱਖਿਆ ਦੇਵੇਗਾ। ਜੇ ਆਪਣੀ ਪੂਜਾ ਦਾ ਉਹ ਭੁੱਖਾ ਹੈ, ਫਿਰ ਉਹ 84 ਜਾਮਿਆਂ ਚ ਉਹਨਾਂ ਨੂੰ ਸਮਝ ਲਿਓ ਕਿ ਉਹਨਾਂ ਚੋਂ ਹੋਵੇਗਾ। ਨਹੀਂ ਤਾਂ ਸਤਸੰਗ ਜੀ ਗੁਰਸਿੱਖੋਂ ਗੁਰਸਿੱਖਾਂ ਪੀਰ ਪੀਰੋਂ ਕੋਈ। ਗੁਰਸਿੱਖਾਂ ਤੋਂ ਲੇਖਾਂ ਗੁਰਸਿੱਖ ਬਰੋਸਾਉਂਦੇ, ਪੀਰਾਂ ਤੋਂ ਸਤਸੰਗ ਜੀ ਇੱਕ ਅੱਧਾ ਹੀ ਗਾਹਾਂ ਗੱਦੀ ਦਾ ਮਾਲਕ ਪੀਰ ਬਣਦਾ ਹੈ। ਸੋ ਆਪ ਸਤ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਜਾਮੇ ਵਿੱਚ ਸਮੁੰਦਰ ਰਿਖੀ ਦਾ ਨਾਮ ਧਰਾ ਕਰਕੇ ਵਿੰਧਿਆਚਲ ਪਰਬਤ ਤੇ ਆਪ ਜੀ ਤਪੱਸਿਆ ਕਰ ਰਹੇ ਸੀ। ਇੱਧਰ ਸਤ ਸੰਗਤ ਜੀ 10ਵੇਂ ਪਾਤਸ਼ਾਹ ਨੇ ਜਿਹੜਾ ਅਖੀਰਲਾ ਚਰਿੱਤਰ ਆ, ਜਿਹਦੇ ਚ ਹਮਰੀ ਕਰੋ ਹੱਥ ਦਾ ਰੱਛਾ, ਆਪਾਂ ਚੌਪਈ ਰੋਜ਼ ਪੜ੍ਹਦੇ ਆ, ਰਹਿ ਰਸ ਵਿੱਚ ਵੀ ਉਹਦਾ ਨਿਤਨੇਮ ਚ, ਉਹ ਜਿਹੜਾ ਚਰਿੱਤਰ ਹੈ 10-11 ਪੱਤਰੇ ਦੀ ਸਤ ਸੰਗਤ ਜੀ ਬਾਣੀ ਹੈ। ਰਾਜਾ ਸਤਸੰਧ ਇੱਕ ਹੋਇਆ, ਉਹਨੇ ਸਤ ਸੰਗਤ ਜੀ ਜੱਗ ਕੀਤਾ ਬੜਾ ਭਾਰੀ। ਉਹ ਜੱਗ ਦੇ ਹਵਨ ਕੰਡ ਵਿੱਚੋਂ ਸਤ ਸੰਗਤ ਜੀ ਇੱਕ ਆਦ ਸ਼ਕਤੀ ਪ੍ਰਗਟ ਹੋਈ, ਜਿਹਦਾ ਨਾਂ ਸੀ ਦੂਲੋ ਦੇਈ। ਜਿਸ ਵੇਲੇ ਪ੍ਰਗਟ ਹੋਈ ਸਤ ਸੰਗਤ ਜੀ, ਇਹ ਤਾਂ ਆਪੋ ਆਪਣੀ ਕਾਮਨਾ ਮਾਨਸ ਦੇ ਹੀ ਲੈ ਕੇ ਸਭ ਦੀ ਇੱਛਾ ਵੱਖਰੀ ਵੱਖਰੀ ਹੁੰਦੀ ਹੈ। ਉਹਨੇ ਦੇਖਿਆ ਕਿ ਮੇਰਾ ਇਸਤਰੀ ਜੰਮ ਹੈ, ਜੇ ਮੈਂ ਵਰਨਾ ਚਾਹੁੰਦੀ ਹਾਂ ਤਾਂ ਵਾਹਿਗੁਰੂ ਨੂੰ ਵਰਨਾ ਚਾਹੁੰਦੀ ਹਾਂ, ਹੋਰ ਨਾ ਮੇਰਾ ਪਤੀ ਕੋਈ ਬਣੇ। ਦੂਲੋ ਦੇਈ ਨੇ ਖਾਲਸਾ ਜੀ ਬੜੀ ਭਾਰੀ ਤਪੱਸਿਆ ਕੀਤੀ। ਆਕਾਸ਼ਬਾਣੀ ਹੋਈ ਕਿ ਜਿਹੜੀ ਇੱਛਾ ਧਾਰ ਕੇ ਤੂੰ ਭਜਨ ਕਰ ਰਹੀ ਹੈ, ਤੈਨੂੰ ਵਰਾਂਗੇ ਅਸੀਂ। ਪਰ ਬੇਲ ਸਬੇਲ 2 ਰਾਖਸ਼ ਨੇ, ਉਹਨਾਂ ਨੂੰ ਫਤਿਹ ਕਰ। ਜ਼ੁਲਮ ਕਰ ਰਹੇ ਨੇ, ਦੁਸ਼ਟਾਂ ਮਲੇਸ਼ਾਂ ਦਾ ਨਾਸ਼ ਕਰਦੇ ਤੇ ਧਰਮ ਦੀ ਬਿਰਧੀ ਕਰ। ਉਸਨੇ ਜਿਉਂ ਸ਼ਾਸਤਰ ਪਕੜਿਆ, ਸਤ ਸੰਗਤ ਦੂਲੋ ਦੇਈ ਨੇ ਬੜਾ ਭਾਰੀ ਜੰਗ ਕੀਤਾ, ਪਰ ਜਿੱਤੇ ਨਾ ਗਏ। ਜਿਸ ਵੇਲੇ ਨਾ ਜਿੱਤੇ ਗਏ, ਉਸ ਵੇਲੇ ਸਤ ਸੰਗਤ ਜੀ ਇਹ ਅਲੋਪ ਹੋ ਗਈ। ਅਲੋਪ ਹੋ ਕੇ ਉਹ ਦੇਖਦੇ ਨੇ ਵੀ ਇਹੀ ਜੀ ਯਾਹਲ ਇਸਤਰੀ ਸਾਡੇ ਸੂਰਮਿਆਂ ਦੇ ਘਾਣ ਕਰਕੇ ਰੱਖਤੇ, ਅਸੀਂ ਨਹੀਂ ਛੱਡਣੀ, ਫੜੋ ਗੁੱਤੇ ਦੀ ਕਹਿੰਦੇ। ਮਗਰ ਲੱਗ ਲਏ ਸਤ ਸੰਗਤ ਜੀ। ਇਹ ਗੁਪਤ ਤੌਰ ਤੇ ਜਿਉਂ ਨੱਠੀ, ਜਿੱਥੇ ਸਮੁੰਦਰ ਰਿਖੀ ਦਾ ਨਾਮ ਧਰਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤਪ ਕਰਦੇ ਵਿੰਧਿਆਚਲ ਪਰਬਤ ਤੇ, ਉੱਥੇ ਪਹੁੰਚ ਗਈ। ਕਹਿਣ ਲੱਗੀ, ਹੇ ਰਿਖਦੇਵ, ਆਪ ਪਾਰ ਬ੍ਰਹਮ ਰੂਪ ਹੋ, ਮੈਂ ਤੁਹਾਡੇ ਚਰਨਾਂ ਦੀ ਸ਼ਕਤੀ ਹਾਂ, ਮੇਰੇ ਤੇ ਤਰਸ ਕਰੋ, ਮੈਨੂੰ ਬਚਾਓ। ਉਸ ਵੇਲੇ ਸਤ ਸੰਗਤ ਸਮੁੰਦਰ ਰਿਖੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਹੱਥ ਦੇ ਨਾਲ ਇਹਨੂੰ ਅਲੋਪ ਕਰ ਲਿਆ। ਉੱਥੇ ਇਹ ਰਾਖਸ਼ ਪੈੜ ਦੇਖ ਕੇ ਮਗਰ ਚਲੇ ਗਏ। ਜਿਸ ਵੇਲੇ ਅੱਗੇ ਪਹੁੰਚੇ
ਕਹਿੰਦੇ ਹੇ ਰਿਖਦੇਵ, ਇੱਥੇ ਇੱਕ ਜਾਹਲ ਇਸਤਰੀ ਆਈ ਹੈ, ਕਿੱਥੇ ਆ ਸਾਡਾ ਬੜਾ ਨੁਕਸਾਨ ਕੀਤਾ, ਅਸੀਂ ਛੱਡਣੀ ਨਹੀਂ। ਸਮੁੰਦਰ ਰਿਖੀ ਨੇ ਕਿਹਾ, ਇਹ ਰਾਖਸ਼ੋ, ਤੁਹਾਡੀ ਬਿਰਤੀ ਬਹੁਤ ਪਾਪ ਭਰੀ ਹੈ, ਤੁਹਾਨੂੰ ਪਤਾ ਉਹ ਤਾਂ ਵਾਹਿਗੁਰੂ ਦੀ ਆਦ ਸ਼ਕਤੀ ਹੈ। ਜਦੋਂ ਮਹਿਮਾ ਕੀਤੀ, ਇਹ ਖਾਲਸਾ ਹੀ ਸਮੁੰਦਰ ਰਿਖੀ ਕੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹਿਲੇ ਜਾਮੇ 'ਚ ਮਾਰਨ ਵਾਸਤੇ ਨੱਠੇ। ਉਸ ਵੇਲੇ ਆਪ ਜੀ ਬ੍ਰਹਮ ਪ੍ਰਾਇਣ ਸੀ, ਭਾਵ ਸ਼ਸਤਰਧਾਰੀ ਨਹੀਂ ਸਨ। ਉਸ ਵੇਲੇ ਥੱਲੇ ਸਤਿ ਜੀ ਜਿਵੇਂ ਰਿਖੀਆਂ ਮੁਨੀਆਂ ਦੇ ਸ਼ੇਰ ਦੇ ਚਮ ਵਿਛਾਏ ਹੁੰਦੇ ਨੇ, ਉਹ ਕੱਢ ਕੇ ਸਤਿ ਜੀ ਸ਼ੇਰ ਦਾ ਮਰਗਾਨ ਜਿਸ ਵੇਲੇ ਝਾੜਿਆ, ਆਪਣੀ ਇੱਛਾ ਦੇ ਨਾਲ ਉਸ ਵੇਲੇ ਦੁਸ਼ਟ ਦਮਨ ਦੀ ਉਤਪਤੀ ਹੋਈ 10ਵੇਂ ਪਾਤਸ਼ਾਹ ਦੀ। ਤਦੇ ਆਪ ਜੀ ਨੇ ਸਤ ਸੰਗਤ ਜੀ ਇਹ ਸ਼ਲੋਕ ਮਹੱਲੇ ਨਾਮੇ ਵਿੱਚ ਵੀ ਲਿਖਿਆ, ਬਲ ਛੁੱਟ ਕਿਉ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਇਸ ਵੇਲੇ ਸਾਡੇ ਬੰਧਨ ਪੈ ਗਏ, ਪਿੰਜਰੇ 'ਚ ਹਾਂ ਦਿੱਲੀ, ਕੋਈ ਸਾਨੂੰ ਛੁੱਟਣ ਦਾ ਯਤਨ ਨਹੀਂ ਹੋ ਰਿਹਾ। ਕਹੋ ਨਾਨਕ ਅਬੋਟ ਹਰ ਗੱਜ ਜੋ ਹੋ ਸਹਾਏ। ਜਿਵੇਂ ਉਦੋਂ ਰੱਖਿਆ ਕੀਤੀ ਸੀ ਤੁਸੀਂ, ਦੁਸ਼ਟ ਦਮਨ ਰੂਪ ਹੋ ਕਰਕੇ ਉਹਨਾਂ ਰਾਖਸ਼ਾਂ ਨੂੰ ਮਾਰਿਆ ਸੀ, ਤੁਹਾਨੂੰ ਪ੍ਰਗਟ ਕੀਤਾ ਸੀ ਅਸੀਂ ਸ਼ੇਰ ਦੇ ਖੱਲ ਤੋਂ। ਅੱਜ ਤੁਸੀਂ ਸਾਡੇ ਗ੍ਰਹਿ ਅਵਤਾਰ ਧਾਰ ਕੇ ਪ੍ਰਗਟ ਹੋਏ ਹੋ, ਅੱਜ ਵੀ ਰੱਖਿਆ ਕਰੋ। ਨਾਲੇ ਤਾਂ ਸਤ ਸੰਗਤ ਜੀ ਜਣਾ ਦਿੱਤਾ ਕਿ ਉਦੋਂ ਪਹਿਲੇ ਜਾਮੇ 'ਚ ਵੀ ਆਪਣਾ ਸੰਬੰਧ ਸੀ, ਨਾਲੇ ਜਣਾ ਦਿੱਤਾ ਪਰਖਣ ਵਾਸਤੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਨੂੰ ਗੁਰਤਾ ਗੱਦੀ ਦੇਣੀ ਹੈ, ਸਾਨੂੰ ਕਿਤੇ ਕਮਜ਼ੋਰ ਤਾਂ ਨਹੀਂ ਸਮਝਦੇ, ਬਈ ਤਾਕਤ ਹੈ ਨਹੀਂ ਸੀ, ਬਈ ਨਰੰਗੇ ਦੀ ਕੈਦ ਵਿੱਚ ਪੈ ਕੇ ਐਵੇਂ ਚੜ੍ਹਾਈ ਕਰ ਗਿਆ ਮੇਰਾ ਪਿਤਾ। ਇਹ ਸ਼ਲੋਕ ਦਾ ਨਾਲੇ ਸਿੱਖਾਂ ਨੂੰ ਕਿਹਾ, ਭਾਈ ਇਹਦਾ ਉੱਤਰ ਲੈ ਕੇ ਆਇਓ। ਉਸ ਵੇਲੇ ਸਿੱਖ ਸਤ ਸੰਗਤ ਜੀ ਉੱਤਰ ਪੁੱਛਿਆ, 10ਵੇਂ ਪਾਤਸ਼ਾਹ ਨੇ ਉੱਤਰ ਭੇਜਿਆ, ਬਲ ਹੋਆ ਬੰਧਨ ਛੁਟੇ, ਸਭ ਕੁਛ ਹੋਤੇ ਉਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੇਂ, ਤੁਮ ਹੀ ਹੋਤ ਸਹਾਏ। ਇਹ ਕਲਗੀਧਰ ਪਾਤਸ਼ਾਹ ਨੇ ਉੱਤਰ ਦਿੱਤਾ। ਸੋ ਸਤ ਸੰਗਤ ਜੀ ਰਹੋ ਵਿਚਾਰ। ਇਸੇ ਤਰ੍ਹਾਂ ਉਹ ਦੁਸ਼ਟ ਦਮਨ ਰੂਪ ਧਾਰ ਕੇ ਖਾਲਸਾ ਜੀ ਉਹਨਾਂ ਰਾਖਸ਼ਾਂ ਦਾ ਘਾਣ ਕੀਤਾ। ਫਤਿਹ ਜਿਸ ਵੇਲੇ ਕਰ ਲਈ, ਉਹ ਦੂਲੋ ਦੇ ਹੀ ਦੁਬਾਰਾ ਪ੍ਰਗਟ ਹੋ ਕੇ ਚਰਨਾਂ ਤੇ ਡਿੱਗ ਪਈ ਦੁਸ਼ਟ ਦਮਨ ਦੇ। ਕਹਿੰਦੀ ਮਹਾਰਾਜ ਕਿਰਪਾ ਕਰੋ, ਮੈਨੂੰ ਬਰੋ। ਕਹਿੰਦੇ ਬਰੀਏ ਤਾਂ ਜੇ ਤੂੰ ਵਾਅਦਾ ਪੂਰਾ ਕੀਤਾ, ਤੈਂ ਤਾਂ ਰਾਖਸ਼ ਮਾਰੇ ਨਹੀਂ, ਸਾਨੂੰ ਮਾਰਨੇ ਪਏ। ਕਹਿੰਦੀ ਮਹਾਰਾਜ ਮੈਂ ਫੇਰ ਵੀ ਇਸਤਰੀ ਜਾਮਾ, ਮੇਰੇ ਤੇ ਕਿਰਪਾ ਕਰੋ, ਤੁਸੀਂ ਬ੍ਰਹਮ ਰੂਪ ਹੋ। ਕਹਿੰਦੇ ਚੰਗਾ, ਕਲਯੁਗ ਦੇ ਸਮੇਂ ਦੇ ਅੰਦਰ ਗੁਰੂ ਨਾਨਕ ਦੇਵ ਦੇ 10ਵੇਂ ਜਾਮੇ 'ਚ ਅਸੀਂ ਹੋਵਾਂਗੇ, ਉਸ ਵੇਲੇ ਤੈਨੂੰ ਬਰਾਂਗੇ ਔਰ ਕੁਆਰਾ ਡੋਲਾ ਰੱਖਾਂਗੇ, ਤੂੰ ਜਿੱਤੇ ਨਹੀਂ ਹਨ ਰਾਖਸ਼। ਉਹ ਖਾਲਸਾ ਜੀ ਮਾਤਾ ਸਾਹਿਬ ਦੇਵਾਂ ਜੀ ਹੋਈ। ਰੋਹਤਾਸ ਨਗਰ ਦੇ ਅੰਦਰ ਸਤ ਸੰਗਤ ਜੀ ਜਨਮ ਲਿਆ, ਰਾਮੂ ਬੱਸੀ ਖੱਤਰੀ ਦੇ ਘਰ। ਜੰਮਦੇ ਸਾਰੀ ਮਾਤਾ ਪਿਤਾ ਦੀ ਕੀ ਇੱਛਾ ਹੋਈ ਕਿ ਸਾਡੇ ਪੁੱਤਰੀ ਜੰਮੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਦੀ ਦਾਸੀ ਬਣਾਉਣੀ ਹੈ। ਸਤ ਸੰਗਤ ਜੀ ਜਿਸ ਵੇਲੇ ਡੋਲੀ 'ਚ ਪਾ ਕੇ ਸੰਗਤਾਂ ਲੈ ਕੇ ਆਈਆਂ ਅਨੰਦਪੁਰ ਸਾਹਿਬ, 10ਵੇਂ ਪਾਤਸ਼ਾਹ ਨੇ ਜਵਾਬ ਦੇ ਦਿੱਤਾ, ਕਹਿੰਦੇ ਸਾਡੇ 2 ਮਹਿਲ ਹਨ, ਸਾਹਿਬਜ਼ਾਦੇ ਖੇਡ ਰਹੇ ਨੇ, ਅਸੀਂ ਹੁਣ ਹੋਰ ਸਾਡਾ ਫੁਰਨਾ ਨਹੀਂ ਸ਼ਾਦੀ ਕਰਾਉਣ ਦਾ। ਸਾਰੀ ਸੰਗਤ ਨੇ ਕਿਹਾ ਮਹਾਰਾਜ, ਜਿੱਦਣ ਦਾ ਇਸ ਰਾਮੂ ਨੇ ਆਪਣੀ ਪੁੱਤਰੀ ਸੰਕਲਪ ਕੀਤਾ ਕਿ ਮੈਂ 10ਵੇਂ ਪਾਤਸ਼ਾਹ ਦੀ ਦਾਸੀ ਬਣਾਉਣੀ ਹੈ ਚਰਨਾਂ ਦੀ, ਉਦਣ ਦੀ ਅਸੀਂ ਸਾਡੀ ਸੰਗਤ ਜਿਹਨੂੰ ਮਾਤਾ ਕਰਕੇ ਪੂਜਦੀ ਹੈ। ਅਸੀਂ ਉਦੋਂ ਦੇ ਇਸ ਨੂੰ ਬਾਲਕ ਅਵਸਥਾ ਵਾਲੀ ਬਾਲਕੀ ਨਹੀਂ ਸਮਝਦੇ, ਅਸੀਂ ਸਾਰੇ ਦੇ ਚਰਨੀ ਹੱਥ ਲਾਉਨੇ ਕਿ ਗੁਰੂ ਕੇ ਹਜ਼ੂਰੀ 'ਚ ਹਾਜ਼ਰ ਹੋਵੇਗੀ ਇਹ। ਅਸੀਂ ਇਸ ਨੂੰ ਮਾਤਾ ਕਰਕੇ ਪੂਜਦੇ ਹਾਂ, ਸਾਡੀ ਸੰਗਤ ਦੀ ਇੱਛਾ ਪੂਰੀ ਕਰੋ। ਸੱਚੇ ਪਾਤਸ਼ਾਹ ਚੁੱਪ ਕਰ ਗਏ, ਕਹਿਣ ਲੱਗੇ ਚੰਗਾ ਜਾਓ ਮਹਿਲਾਂ 'ਚ ਭੇਜ ਦਿਓ। ਮਾਤਾ ਗੁਜਰੀ ਜੀ ਦੇ ਪਾਸ ਭੇਜ ਦਿੱਤੀ ਸੀ ਮਾਤਾ ਸਾਹਿਬ ਦੇਵਾਂ, ਉਹ ਦੂਲੋ ਦੇਈ ਹੋਈ। ਸਤ ਸੰਗਤ ਜੀ ਆਪ ਜੀ ਨੇ ਦੁਸ਼ਟ ਦਮਨ ਰੂਪ ਧਾਰ ਕੇ, ਸਤ ਸੰਗਤ ਜੀ ਸਤਯੁਗ ਦਾ ਸਮਾਂ ਸੀ, 36,000 ਸਾਲ ਰਾਜ ਕੀਤਾ ਪਹਿਲਾਂ ਤਾਂ ਰਾਖਸ਼ਾਂ ਨੂੰ ਖਤਮ ਕਰਕੇ। ਉਸ ਤੋਂ ਬਾਅਦ ਸਤ ਸੰਗਤ ਜੀ ਹਜੂਰ ਸਾਹਿਬ ਵਾਲੇ ਸਥਾਨ ਦੇ ਉੱਤੇ ਬੜਾ ਭਾਰੀ ਤਪ ਕੀਤਾ। ਉੱਥੋਂ ਉੱਠ ਕੇ ਸਤ ਸੰਗਤ ਜੀ ਬੁੱਚੜਾਂ ਤੋਂ ਇੱਕ ਬਭੌਰ ਸਤ ਸੰਗਤ ਜੀ ਰਾਜੇ ਵਿਰਾਟ ਦੀ ਰਾਜਧਾਨੀ ਸੀ, ਜਿੱਥੇ ਉੱਥੋਂ 10,000 ਗਊ ਛਡਾਈ ਕਤਲ ਕਰ ਰਹੇ ਸੀ। ਆਪ ਜੀ ਸਤ ਸੰਗਤ ਜੀ ਸਹਿਜੇ ਸਹਿਜੇ ਦੱਖਣ ਚੋਂ ਫੇਰ ਹੇਮਕੁੰਡ ਦੀਆਂ ਘਾਟੀਆਂ ਵੱਲ ਨੂੰ ਤੱਕ ਕੇ ਇੱਥੇ ਆ ਕੇ ਹੇਮਕੁੰਡ ਤੇ ਤਪੱਸਿਆ ਕੀਤੀ। ਇੱਥੋਂ ਵਾਹਿਗੁਰੂ ਦੇ ਹੁਕਮ ਅਨੁਸਾਰ ਸਤ ਸੰਗਤ ਜੀ ਜਦ ਨੂੰ ਇੱਧਰ
ਸਮਾਂ ਆ ਗਿਆ, ਕਲਯੁਗ ਆਰੰਭ ਹੋ ਗਿਆ। ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰ ਲਿਆ ਤੇ ਆਪ ਜੀ ਨੂੰ ਸਤ ਸੰਗੀ ਜ਼ੁਲਮ ਹੁੰਦਾ ਦੇਖ ਕੇ ਜਿਵੇਂ ਅਕਾਲ ਪੁਰਖ ਅੰਤਰਜਾਮੀ ਨੇ ਬੁਲਾਇਆ ਹੇਮਕੁੰਡ ਪਰਬਤ ਤੋਂ ਔਰ ਭੇਜਿਆ, ਇਹ ਆਪਾਂ ਸਤ ਸੰਗੀ ਪ੍ਰਸੰਗ ਸਰਵਣ ਕਰ ਚੁੱਕੇ ਹਾਂ। ਐਸਾ ਕੌਤਕ ਮਹਾਰਾਜ ਸਾਹਿਬ ਜੀ ਦਾ ਸਤ ਸੰਗ ਜੀ ਹੈ। ਸੋ ਆਦਿ ਕਾਲ ਤੋਂ ਸੱਚੇ ਪਾਤਸ਼ਾਹ ਸਤ ਸੰਗ ਜੀ ਸੇਠੀ ਦੀ ਹਰ ਵੇਲੇ ਸਤ ਸੰਗੀ ਦੇਖ ਰੇਖ ਕਰਦੇ ਆ ਰਹੇ ਔਰ ਸਾਰੇ ਜੀਵਾਂ ਦਾ ਭਲਾ ਕਰ ਰਹੇ ਹਨ। ਸੋ ਪ੍ਰੇਮੀ ਜਨੋ, ਆਪ ਥੋੜਾ ਜਿਹਾ ਦੱਸ ਰਹੇ ਨੇ ਕਿ ਖਾਲਸਾ ਜੀ ਜਿਸ ਵੇਲੇ ਸਾਨੂੰ ਜ਼ਿੰਮੇਵਾਰੀ ਸਾਡੇ ਸੀਸ ਤੇ ਆਈ ਅਨੰਦਪੁਰ ਸਾਹਿਬ ਤੋਂ, ਅਸੀਂ ਉਸ ਵੇਲੇ ਕੁਝ ਸਮਾਂ ਬਣਿਆ। ਮੇਦਨੀ ਪ੍ਰਕਾਸ਼ ਰਾਜਾ ਸੀ ਨਾਨ ਦਾ, ਉਧਰ ਗੜਵਾਲ ਦਾ, ਟੀਰੀ ਗੜਵਾਲ ਦਾ ਰਾਜਾ ਸੀ ਫਤਿਹ ਸ਼ਾਹ। ਦੋਨੋਂ ਆਪਸ ਵਿੱਚ ਹੀ ਝਗੜਦੇ ਰਹਿੰਦੇ ਸੀ ਹੱਦ ਪਿੱਛੇ। ਜਿਹੜੇ ਸਥਾਨ ਤੇ ਪੌਂਟਾ ਸਾਹਿਬ ਸਤ ਸੰਗਤ ਜੀ ਆਪਾਂ ਦਿਦਾਰੇ ਕਰਦੇ ਜਮਨਾ ਦੇ ਕਿਨਾਰੇ ਤੇ, ਉੱਥੇ ਉਹਨਾਂ ਦੀ ਹੱਦ ਪਿੱਛੇ ਝਗੜਾ ਸੀ। ਸਾਨੂੰ ਜਿਸ ਪ੍ਰਕਾਰ ਬੁਲਾਇਆ ਮੇਦਨੀ ਪ੍ਰਕਾਸ਼ ਨੇ, ਉੱਥੇ ਜਾ ਕੇ ਅਸੀਂ ਭੰਗਾਣੀ ਦਾ ਜੰਗ ਕੀਤਾ। ਉਹ ਆਪ ਸੰਖੇਪ ਦੱਸ ਰਹੇ ਹਨ। ਭਾਂਤ ਭਾਂਤ ਬਣ ਖੇਲ ਸ਼ਿਕਾਰਾ, ਉਦੋਂ ਪਹਿਲੀ ਪੰਕਤੀ ਉੱਤੇ ਪੜੋ। ਰਾਜ ਸਾਜ ਹਮ ਪਰ ਅਬ ਜਬ ਆਇਓ। ਜੇ ਖਾਲਸਾ ਜੀ ਜਿਸ ਵੇਲੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸਾਡੇ ਸਿਰ ਤੇ ਆ ਗਈ, ਜਥਾ ਸ਼ਕਤ ਤਬ ਧਰਮ ਚਲਾਇਓ। ਜੈਸੇ ਸਾਨੂੰ ਵਾਹਿਗੁਰੂ ਨੇ ਸ਼ਕਤੀ ਦਿੱਤੀ ਸੀ ਧਰਮ ਦਾ ਪ੍ਰਚਾਰ ਕੀਤਾ। ਭਾਂਤ ਭਾਂਤ ਬਣ ਖੇਲ ਸ਼ਿਕਾਰਾ, ਤਰ੍ਹਾਂ ਤਰ੍ਹਾਂ ਦੇ ਅਸੀਂ ਜੰਗਲ ਦੇ ਵਿੱਚ ਸ਼ਿਕਾਰ ਖੇਡੇ। ਨਾਲ ਹੀ ਸਤ ਸੰਗਤ ਜੀ ਰਣਜੀਤ ਨਗਾਰੇ ਵਜਾਏ, ਜਿਹੜੇ ਇਹਨਾਂ ਨੂੰ ਚੁੱਭਦੇ ਰਹੇ ਦਿਲ ਦੇ ਅੰਦਰ ਸੂਲ ਵਾਂਗੂ ਪਹਾੜੀ ਰਾਜਿਆਂ ਨੂੰ। ਤਰ੍ਹਾਂ ਤਰ੍ਹਾਂ ਦੇ ਸਤ ਸੰਗੀ ਸ਼ਿਕਾਰ ਖੇਡ ਕੇ ਉਹ ਜਿਹੜੇ ਜੀਵ ਨਗੁਰੇ ਹੋ ਕੇ ਭਜਨ ਕਰਦੇ ਰਹੇ ਸੀ ਨਾ, ਉਹਨਾਂ ਨੂੰ ਸ਼ਿਕਾਰ ਖੇਡ ਕਰਕੇ ਉਹਨਾਂ ਦੀ ਕਲਿਆਣ ਕੀਤੀ। ਮਾਰੇ ਰੀਸ਼ ਰੋਜ਼ ਚੰਖਾਰਾ, ਰਿਛ ਰੋਜ਼ 12 ਸਿੰਘੇ ਅਸੀਂ ਬਹੁਤ ਮਾਰਨਾ ਕੀਤੇ। ਜੇ ਚਾਲ ਹਮ ਤੇ ਪੁਨਿਆ ਪਈ। ਕੀ ਹੋਇਆ ਉਸ ਵੇਲੇ ਮੇਦਨੀ ਪ੍ਰਕਾਸ਼ ਦੇ ਚੇਤੇ ਕਰਨ ਤੋਂ ਅਸੀਂ ਇਸ ਦੇਸ਼ ਤੋਂ ਚਾਲੇ ਪਾ ਦਿੱਤੇ ਅਨੰਦਪੁਰ ਸਾਹਿਬ ਤੋਂ। ਸ਼ਹਿਰ ਪਾਵਟਾ ਕੀ ਸਦ ਲਈ। ਪੌਂਟੇ ਸਾਹਿਬ ਜਾ ਕੇ ਪਾਉ ਟਿਕਾਇਆ, ਚਰਨ ਟਿਕਾਏ, ਉੱਥੇ ਪੌਂਟੇ ਸਾਹਿਬ ਰਹੇ ਜਾ ਕੇ। ਕਾਲਿੰਦਰੀ ਤਟ ਕਰੇ ਬਲਾਸਾ, ਉਹ ਕਾਲੇ ਪਾਣੀ ਵਾਲੀ ਜਮਨਾ ਦੇ ਕਿਨਾਰੇ ਤੇ ਬੈਠ ਕੇ ਬੜੇ ਸੋਹਣੇ ਆਨੰਦ ਮਾਣੇ। ਤੂੰ ਹੀ ਕਰਦਿਆਂ ਸਤ ਸੰਗੀ ਬਾਣੀਆਂ ਉਚਾਰੀਆਂ। ਅਨੇਕ ਭਾਂਤ ਕੇ ਪੇਕ ਤਮਾਸ਼ਾ, ਅਨੇਕਾਂ ਤਰ੍ਹਾਂ ਦੇ ਉੱਥੇ ਕੌਤਕ ਕੀਤੇ, ਤਮਾਸ਼ੇ ਕੀਤੇ। ਮੈਂ ਕੇ ਸਿੰਘ ਘਣੇ ਚੁਨ ਮਾਰੇ। ਉਸ ਏਰੀਏ ਦੇ ਬੜੇ ਬੜੇ ਖੂਨਖਾਰ ਸਤ ਸੰਗੀ ਭਿਆਨਕ ਸ਼ੇਰ ਚੁਣ ਚੁਣ ਕੇ ਮਾਰੇ। ਸ਼ੇਰਗਾਹ ਜਗ੍ਹਾ ਦਾ ਨਵਾਂ ਗੁਰਦੁਆਰਾ ਸਾਹਿਬ ਪਹਾੜ ਵੱਲ ਨੂੰ ਆਪਨੇ ਸ਼ੇਰ ਦਾ ਸ਼ਿਕਾਰ ਕੀਤਾ। ਰੋਜ਼ ਰੀਸ਼ ਬਹੁ ਭਾਂਤ ਬਦਾਰੇ, ਰਿਛ ਰੋਜ਼ ਬਹੁਤ ਤਰ੍ਹਾਂ ਕਰਕੇ ਅਸੀਂ ਸ਼ਿਕਾਰ ਨੂੰ ਚੜ੍ਹਦੇ ਤੇ ਉਹਨਾਂ ਨੂੰ ਮਾਰਿਆ। ਫਤਿਹ ਸ਼ਾਹ ਕੋਪਾ ਤਬ ਰਾਜਾ, ਉਹ ਬਿਨਾਂ ਹੀ ਮਤਲਬ ਤੋਂ ਫਤਿਹ ਸ਼ਾਹ ਟੀਰੀ ਗੜਵਾਲ ਵਾਲਾ ਰਾਜਾ ਸਾਡੇ ਨਾਲ ਗੁੱਸੇ ਹੋਇਆ। ਲੋ ਪਰਾ ਹਮ ਸੋ ਬਿਨ ਕਾਜਾ, ਬਿਨਾਂ ਪ੍ਰਯੋਜਨ ਸਾਡੇ ਨਾਲ ਲੋਹਾ ਲੈ ਲਿਆ, ਭਾਵ ਜੰਗ ਲੜਿਆ ਸਾਡੇ ਨਾਲ। ਇਹ ਭੰਗਾਣੀ ਦਾ ਜੰਗ ਆਪ ਜੀ ਨੇ ਸਤ ਸੰਗੀ ਆਪਣੇ ਰਸਨਾ ਤੋਂ ਆਪ ਉਚਾਰਨ ਕੀਤਾ ਹੈ। ਇਹ ਸਤ ਸੰਗੀ ਪਹਿਲਾਂ ਤਾਂ ਸੇਵਕ ਬਣ ਗਿਆ, ਮੇਦਨੀ ਪ੍ਰਕਾਸ਼ ਤੇ ਇਹਦੀ ਸੁਲਾਹ ਕਰਾਈ। ਪੌਂਟੇ ਸਾਹਿਬ ਆਪ ਜੀ ਰਹੇ। ਇਹਨੇ ਆਪਣੀ ਸਤ ਸੰਗੀ ਕੁੜੀ ਵਿਆਹਤੀ ਮੰਗ ਦਿੱਤੀ ਇਹ ਭੀਮ ਚੰਦ ਨੂੰ, ਕਲੂਰੀਏ ਰਾਜੇ ਦੇ। ਜਿਸ ਵੇਲੇ ਇਧਰੋਂ ਜਨ ਚੜੀ, ਕੀ ਕਹਿੰਦੇ ਸਤ ਸੰਗਤ ਜੀ, ਉਧਰ ਫਤਿਹ ਸ਼ਾਹ ਨੇ ਵੀ ਗੱਠ ਭੇਜੀ, ਹੇ ਮਹਾਰਾਜ ਜੀ ਮੇਰੀ ਲੜਕੀ ਦੀ ਸ਼ਾਦੀ ਆ, ਜ਼ਰੂਰ ਆਇਓ। ਧੰਨ 10ਵੇਂ ਪਾਤਸ਼ਾਹ ਦਾ ਦਿਲ 1.25 ਲੱਖ ਦਾ ਦਾਜ ਭੇਜਿਆ ਨੰਦ ਚੰਦ ਦੇ ਕੋਲੇ। 500 ਘੋੜ ਸਵਾਰ ਮਹਾਰਾਜ ਨੇ ਸਤ ਸੰਗਤ ਜੀ ਭੇਜੇ ਔਰ ਨਾਲੇ ਦਾਜ ਭੇਜਿਆ ਕਿ ਲੜਕੀ ਨੂੰ ਦਾਨ ਦੇ ਕੇ ਆਉਣਾ। ਇਧਰ ਭੀਮ ਚੰਦ ਜੀ ਦੇ ਘਰ ਆਉਣਾ ਸੀ ਪਦਾਰਥ। ਉਹਨੂੰ ਪਤਾ ਲੱਗਿਆ ਕਿ ਮੇਰੇ ਕੁੜਮ ਨੇ 10ਵੇਂ ਪਾਤਸ਼ਾਹ ਨੂੰ ਵਿਆਹ 'ਚ ਬੁਲਾਇਆ। ਉਹਨੂੰ ਕਹਿੰਦਾ ਆਪਣੇ ਕੁੜੀ ਰੱਖ ਫਿਰ ਘਰੇ ਹੀ, ਜੇ 10ਵੇਂ ਪਾਤਸ਼ਾਹ ਨੇ ਤਾਂ ਵਰਤਣਾ ਨਹੀਂ, ਦਾਜ ਮੋੜ। ਸਤ ਸੰਗਤ ਜੀ ਦਾਜ ਮੋੜਨਾ ਪਿਆ ਇਸ ਨੂੰ। ਫਿਰ ਇਹ ਪਹਾੜੀਏ ਰਾਜੇ ਖੋਹਣ ਲੱਗੇ ਦਾਜ ਵੀ, ਖੋਲੋ ਦਿੱਤਾ ਲਿਆ ਨਹੀਂ। ਫਿਰ ਬੇਈਮਾਨ ਖੋਹਣਾ ਚਾਹੁੰਦੇ ਆ। ਪਹਿਲਾਂ ਜਦੋਂ ਜੰਨ ਚੜੀ ਸਾਰੇ ਰਾਜਿਆਂ ਨੂੰ ਸ਼ਰਾਬ ਦਾ ਰੱਜਿਆ ਹੋਇਆ ਭੀਮ ਚੰਦ ਕਹਿੰਦਾ 10ਵੇਂ ਪਾਤਸ਼ਾਹ ਦਾ ਗਾਹਾਂ ਡੇਰਾ ਪੌਂਟੇ ਸਾਹਿਬ, ਰਾਹ ਵਿੱਚ ਆਪਾਂ ਉਜਾੜ ਕੇ ਲੰਘਣਾ। 10ਵੇਂ ਪਾਤਸ਼ਾਹ ਅੰਤਰਜਾਮੀ ਨੇ ਪਹਿਲਾਂ ਹੀ ਸੁਨੇਹਾ ਭੇਜਤਾ ਵੀ ਹੋਸ਼ ਨਾ ਆਇਓ, ਹੁਣ ਤੇਰੇ ਪੁੱਤ ਦਾ ਵਿਆਹ ਨਹੀਂ ਹੋਣਾ, ਇੱਥੇ ਪਹਿਲਾਂ ਜੰਗ
ਦੀ ਬੋਹਣੀ ਕਰਨੀ ਪੈਣੀ ਆ। ਜਦੋਂ ਹੀ ਸਾਧ ਸੰਗਤ ਠਟੰਬਰ ਗਿਆ, ਡਰ ਗਏ ਸਾਰੇ ਪਹਾੜੀ ਰਾਜੇ। ਕਹਿਣ ਲੱਗੇ, ਰਾਜੇ ਕੀ ਸੋਚ ਰਿਹਾ, ਜੰਗ ਦੇ ਵਿੱਚ ਕੀ ਪਤਾ ਕੀ ਭਾਣਾ ਵਰਤਣਾ, ਜੇ ਤੇਰਾ ਮੁੰਡਾ ਮਾਰਿਆ ਗਿਆ ਕਿੱਥੇ ਵਿਆਹੁੰਦਾ ਫਿਰੇਗਾ ਤੂੰ। ਫੇਰ ਲੱਗੇ ਮਿੰਨਤਾਂ ਕਰ, ਲੰਘ ਜਾਣ ਦਿਓ ਜੀ, ਲੰਘ ਜਾਣ ਦਿਓ। ਮਹਾਰਾਜ ਨੇ ਇੱਕ ਬਾਹਮਣ, ਇੱਕ ਨਾਈ, ਇੱਕ ਮੁੰਡਾ, ਤਿੰਨੇ ਹੀ ਲੰਘਣ ਦਿੱਤੇ ਸੀ, ਹੋਰ ਕਿਸੇ ਨੂੰ ਨਹੀਂ ਜਾਣ ਦਿੱਤਾ। ਸਾਹਾ ਸੋਧਿਆ ਹੋਇਆ ਖੁੰਝਣ ਨਹੀਂ ਦਿੰਦੇ ਇਹ। ਜਨ ਫੇਰਿਆਂ ਦੇ ਸਮੇਂ ਤੇ ਜਨ ਨਾ ਪਹੁੰਚ ਸਕੀ, ਵਿਆਹ ਹੋ ਗਿਆ। ਭੀਮ ਚੰਦ ਹੋਰ ਕਿਸੇ ਰਸਤੇ ਜੰਦ ਲੈ ਕੇ ਆਪਣੀ ਇੱਥੇ ਸਤ ਸੰਗਤ ਜੀ ਪਹੁੰਚਿਆ ਸੀ ਟੀਰੀ ਗੜਵਾੜ। ਜਦੋਂ ਜਾ ਕੇ ਦਾਜ ਦੇਖਿਆ, ਸਾਰੇ ਜਿੰਨੇ ਦਾਜ ਪਏ ਸੀ, 10ਵੇਂ ਪਾਤਸ਼ਾਹ ਦੇ ਸਤ ਸੰਗਤ ਸਿੱਖਾਂ ਦਾ ਦਾਜ ਖੰਡਾ ਕੇ ਰੱਖਿਆ ਹੋਇਆ, ਆਡੀ ਸਤ ਸੰਗਤ ਪ੍ਰਕਾਸ਼ ਦੇ ਸਹਿਤ। ਜਿਸ ਵੇਲੇ ਦੱਸਣ ਵਾਲੇ ਨੇ ਦੱਸਿਆ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ, ਉਹਨਾਂ ਵੱਲੋਂ ਲੜਕੀ ਨੂੰ ਦਾਜ 1.25 ਲੱਖ ਦਾ ਆ ਪ੍ਰਗਟ ਸਾਹਮਣੇ ਪਿਆ ਹੈ। ਸੜ ਕੁਛ ਕੁੜ ਗਿਆ ਸਤ ਸੰਗਤ ਜੀ। ਜਿਵੇਂ ਉੱਲੂ ਨੂੰ ਸੂਰਜ ਨਹੀਂ ਚੰਗਾ ਲੱਗਦਾ, ਇਹਨੂੰ ਗੁਰੂ ਕਾ ਪ੍ਰਤਾਪ ਚੰਗਾ ਨਾ ਲੱਗਿਆ। ਇਹਨਾਂ ਨੇ ਸਤ ਸੰਗਤ ਜੀ ਦਾਜ ਚੁਕਾ ਦਿੱਤਾ, ਆਨੰਦ ਚੰਦ ਲੈ ਕੇ ਮੁੜਿਆ ਆਇਆ। ਉਸ ਤੋਂ ਬਾਅਦ ਸਤ ਸੰਗਤ ਜੀ ਜੰਗ ਦੀਆਂ ਤਿਆਰੀਆਂ ਕਰ ਲਈਆਂ। ਇਧਰ ਮਹਾਰਾਜ ਦਾ 500 ਪਠਾਨ ਰੱਖਿਆ ਸੀ ਨੌਕਰ, ਬੁੱਧੂ ਸ਼ਾਹ ਨੇ ਸਿਫਾਰਿਸ਼ ਕਰਕੇ ਰਖਾਏ ਸੀ ਹਜਾਤ ਖਾਂ ਵਰਗੇ। ਇਸੇ ਤਰ੍ਹਾਂ ਸਤ ਸੰਗਤ ਜੀ ਇਹਨਾਂ ਨੇ ਮੌਕੇ ਤੇ ਹੀ ਜਵਾਬ ਦੇ ਦਿੱਤਾ। ਕਹਿੰਦੇ ਅਸੀਂ ਘਰਾਂ ਨੂੰ ਜਾਣਾ ਜੀ, ਸਾਡੇ ਤਾਂ ਕੋਈ ਵਿਆਹ ਸ਼ਾਦੀਆਂ, ਮਤਲਬ ਇਹ ਸੀ ਕਿ 10ਵੇਂ ਪਾਤਸ਼ਾਹ ਦਾ ਖਜ਼ਾਨਾ ਲੁੱਟਾਂਗੇ। 22 ਧਾਰ ਰਾਜਾਂ ਦੀ ਤਾਕਤ ਜ਼ਿਆਦੇ ਹੈ, 10ਵੇਂ ਪਾਤਸ਼ਾਹ ਕੋਲੇ ਤਾਕਤ ਹੈ ਨਹੀਂ, ਹਾਰ ਖਾ ਜਾਣਗੇ। ਚਲੋ ਚੱਲ ਕੇ 22 ਧਾਰ ਰਾਜਾਂ ਨਾਲ ਸੌਦਾ ਕਰ ਲਈਏ ਕਿ ਜਿੰਨੀ ਲੁੱਟ ਦੀ ਵਸਤੂ ਹੋਵੇ ਸਾਡੀ। ਇਉਂ ਖਾਲਸਾ ਜੀ ਇਹ ਮੁਸਲਮਾਨ ਨਿਮਕ ਹਰਾਮੀ ਹੋ ਕੇ 22 ਧਾਰ ਰਾਜਾ ਨਾ ਹੋਏ। ਇੱਧਰ 10ਵੇਂ ਪਾਤਸ਼ਾਹ ਨੇ ਜੰਗ ਲੜਿਆ। ਜੰਗ ਦੇ ਵਿੱਚ ਸਤ ਸੰਗਤ ਕੁਰਬਾਨੀਆਂ ਕਿਹਨੇ ਕੀਤੀਆਂ? ਉਹ ਸਤ ਸੰਗਤ ਜੀ ਬੀਬੀ ਬੀਰੋ ਜੀ ਦੀ ਕੁੱਖ ਨੂੰ ਭਾਗ ਲਾਉਣ ਵਾਲੇ ਸੰਗੋ ਸ਼ਾਹ, ਮਾਰੀ ਚੰਦ, ਗੰਗਾ ਰਾਮ, ਜੀਤ ਮੱਲ, ਇਹ 5 ਸਤ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਹਤੇ ਸੀ। 10ਵੇਂ ਪਾਤਸ਼ਾਹ ਦੇ ਭੂਆ ਦੇ ਪੁੱਤ ਸੀ। ਜਿਵੇਂ ਕ੍ਰਿਸ਼ਨ ਦੇ ਨਾਲ 5 ਪਾਂਡਵ ਰਹੇ, ਇਸੇ ਤਰ੍ਹਾਂ ਸਤ ਸੰਗਤ ਜੀ ਇਹਨਾਂ ਨੇ ਉੱਥੇ ਜੰਗ ਦੇ ਵਿੱਚ ਹਿੱਸਾ ਪਾਇਆ। ਤਹਾਂ ਸ਼ਾਹ ਸ੍ਰੀ ਸ਼ਾਹ ਸੰਗਰਾਮ ਕੋਪੇ। ਉਹ ਬੀਬੀ ਬੀਰੋ ਜੀ ਦਾ ਵੱਡਾ ਲੜਕਾ ਸਤ ਸੰਗਤ ਜੀ ਸੰਗੋ ਸ਼ਾਹ ਸੀ। ਉਹਦੇ ਬਾਰੇ ਦੱਸ ਰਹੇ ਨੇ, ਹੇ ਖਾਲਸਾ ਜੀ ਸੰਗੋ ਸ਼ਾਹ ਬੜੇ ਵੀਰ ਰਸ ਦੇ ਸਹਿਤ ਹੋਏ। ਪੰਚੋ ਵੀਰ ਬੌਂਕੇ ਪ੍ਰਿਥੀ ਪਾਏ ਰੋਪੇ। ਪੰਜੇ ਜਿਹੜੇ ਗੁਰੂ ਘਰ ਦੇ ਸਤ ਸੰਗਤ ਜੀ ਦੋਹਤੇ ਸੀ, ਇਹਨਾਂ ਨੇ ਪ੍ਰਿਥੀ ਧਰਤੀ ਦੇ ਉੱਤੇ ਬੜੇ ਭਾਰੀ ਪੈਰ ਜਮਾਏ। ਹਠੀ ਜੀਤ ਮਲਨ ਸੋ ਗਾਜੀ ਗੁਲਾਬਨ। ਗੁਲਾਬ ਚੰਦ ਤੇ ਜੀਤ ਮੱਲ ਤੇ ਸੰਗੋ ਸ਼ਾਹ ਇਹ 3 ਰਣਨ ਦੇਖੀਏ ਰੰਗ ਰੂਪਨ ਸਹਾਬਨ। ਬੜਾ ਭਾਰੀ ਜੰਗ ਦੇ ਅੰਦਰ ਸਤ ਸੰਗਤ ਵੀਰ ਰਸ ਰੰਗ ਖਿੰਡਿਆ। ਹਠਿਓ ਮਾਹਰੀ ਚੰਦੀਨ ਗੰਗ ਰਾਮਨ। ਗੰਗਾ ਰਾਮ ਤੇ ਮਾਰੀ ਚੰਦੇ 5 ਸਤ ਸੰਗਤ ਜੀ ਬੜੇ ਹਠੀਲੇ ਸੂਰਮੇ ਗੁਰੂ ਘਰ ਵਿੱਚ ਹਨ ਪ੍ਰਗਟ। ਜਿਨੇ ਕੀਤੀਆਂ ਜਿੱਤੀਆਂ ਫੌਜ ਤਾਮਨ। ਜਿਨ੍ਹਾਂ ਨੇ ਤੁਰਕਾਂ ਦੀ ਸਤ ਸੰਗਤ ਜੀ ਪਹਾੜੀਆਂ ਦੀ ਫੌਜ ਦੇ ਦੰਦ ਖੱਟੇ ਕਰ ਦਿੱਤੇ, ਜਿਤਨਾ ਕੀਤੀ। ਕੋਪੇ ਲਾਲ ਚੰਦਰਨ ਕੀਏ ਲਾਲ ਰੂਪਨਨ। ਲਾਲ ਚੰਦ ਸਤ ਸੰਗਤ ਜੀ ਬੜਾ ਭਾਰੀ ਸੂਰਮਾ ਹੋਇਆ। ਇਹ ਵਿਧੀ ਚੰਦ ਦਾ ਪੁੱਤਰ ਸੀ। ਬੜੀ ਭਾਰੀ ਸਤ ਸੰਗਤ ਜੀ ਇਸ ਨੇ ਗੁਰੂ ਘਰ ਦੇ ਨਾਲ ਨਿਭਾਈ। 6ਵੇਂ ਪਾਤਸ਼ਾਹ ਨੂੰ ਬਾਂਹ ਫੜਾਈ ਸੀ ਭੀਮ ਚੰਦ ਵਿਧੀ ਚੰਦ ਨੇ। ਕਹਿੰਦਾ ਮਹਾਰਾਜ ਮੈਂ ਜੋਤੀ ਜੋਤ ਸਮਾ ਜਾਣਾ, ਕਿਰਪਾ ਕਰੋ ਮੇਰੇ ਪੁੱਤ ਦੀ ਬਾਂਹ ਫੜ ਲਿਓ, ਜਿਵੇਂ ਮੇਰੀ ਨਿਭ ਗਈ ਇਹਦੀ ਵੀ ਨਿਭ ਜੇ। ਉਹ ਵੀ ਨਿਭਿਆ ਗੁਰੂ ਘਰ ਨਾਲ। ਜਿੰਨੇ ਗੰਜੀ ਅਨਨ ਗਰਭ ਸਿੰਘਨ ਅਨੂਪਨ। ਬੜੇ ਬੜੇ ਸੂਰਮੇ ਸੀ ਸਤ ਸੰਗਤ ਜੀ, ਉਹਨਾਂ ਦੇ ਹੰਕਾਰ ਨੂੰ ਢਾਇਆ ਲੜ ਕੇ ਇਸਨੇ। ਕੁਪਿਓ ਮਾਰੂ ਕਾਰੂ ਰੂਪ ਧਾਰੇ। ਇਧਰ ਸਤ ਸੰਗਤ ਜੀ ਮਾਰੀ ਚੰਦ ਬੀਬੀ ਬੀਰੋ ਜੀ ਦਾ ਲੜਕਾ ਐਸਾ ਕ੍ਰੋਧ ਵਾਲਾ ਰੂਪ ਧਾਰਿਆ। ਜਿਨੇ ਖਾਨ ਖਾਵਨੀਨ ਖੇਤ ਮਾਰੇ। ਜਿਹੜੇ ਖੱਬੀ ਖਾਂ ਪਠਾਨ ਕਹਾਉਂਦੇ ਸੀ, ਘੋੜਿਆਂ ਤੋਂ ਲਾ ਲਾ ਕੇ ਸਿੱਟ ਦਿੱਤੇ। ਕੁਪਿਓ ਦੇਵਤੇ ਸ਼ਨਨ ਦਇਆ ਰਾਮ ਜੁਦਰਨ। ਦਇਆ ਰਾਮ ਪ੍ਰੋਤ ਸੀ ਗੁਰੂ ਘਰ ਦਾ ਖਾਲਸਾ ਜੀ, ਸੋਢ ਬੰਸ ਦਾ। ਇਹਨੂੰ ਵੀ ਮਾਰਨ ਨੇ ਬਲ ਦਿੱਤਾ। ਕਦੇ ਬਾਹਮਣ ਵੀ ਲੜਦੇ ਦੇਖੇ।
ਸੱਚੇ ਪਾਤਸ਼ਾਹ ਨੇ ਸਤ ਸੰਗਤ ਜੀ ਇਹਨੂੰ ਬਲ ਦਿੱਤਾ, ਜੰਗ ਲੜਾਇਆ ਇਹਦੇ ਕੋਲੋਂ। ਕੀਓ ਦਰੋਣ ਕੀ ਜਿਉ ਮਹਾ ਜੁਧ ਜੁਧ ਸੁਧਰਨ। ਜਿਵੇਂ ਦਰੋਣਾਚਾਰਜ ਨੇ ਸਤ ਸੰਗਤ ਜੀ ਜੰਗ ਕੀਤਾ ਸੀ ਨਾ ਮਹਾਭਾਰਤ ਦੇ ਵਿੱਚ, ਬੜੀ ਸੂਨਮਤਾਈ ਨਾਲ ਬਾਹਮਣ ਨੇ ਐ ਨੇ ਜੰਗ ਕੀਤਾ। ਕਿਰਪਾਲ ਕੋਪੀਅਨ ਕੁੱਤ ਕੋ ਸੰਭਾਰੀ। ਉਦਾਸ ਸਾਧ ਵੀ ਕਦੇ ਲੜਦੇ ਦੇਖਿਆ, ਉਦਾਸੀ ਸਾਧਾਂ ਤੋਂ ਜਟਾ ਜੂਟ ਕਿਰਪਾਲ ਦਾ ਸਾਧ ਸੀ। ਇਹਦੇ ਕੋਲੇ ਕੁੱਤਕਾ ਸੀ, ਅਨਘੜ ਸੋਟਾ ਜਿਵੇਂ ਸਾਧਾਂ ਕੋਲੇ ਹੁੰਦਾ, ਇਹਨੇ ਆਪਣਾ ਸੋਟਾ ਹੀ ਸਾਂਭ ਲਿਆ। ਹਟੀ ਖਾਨੇ ਯਾਤ ਕੇ ਸੀਸ ਝਾਰੀ। ਉਹ ਜਿਹੜਾ ਪਠਾਨ ਨਿਮਕ ਹਰਾਮੀ ਹੋ ਗਿਆ ਸੀ, ਸਰਦਾਰ ਖਵਾਉਂਦਾ ਸੀ ਸਾਰਿਆਂ ਪਠਾਨਾਂ ਦਾ, ਜਦੋਂ ਘੋੜਾ ਲੈ ਕੇ ਸਾਹਮਣੇ ਆਇਆ ਕਹਿੰਦਾ ਉਹ ਸਾਧਾ ਤੈਨੂੰ ਵੀ ਲੜਨ ਦਾ ਚਾਅ ਪੈਦਾ ਹੋ ਗਿਆ, ਆ ਮੇਰੇ ਨੇੜੇ। ਜਦੋਂ ਸਤ ਸੰਗੀ ਲੱਗਾ ਕਿਰਪਾਨ ਬਾਹਣ, ਸਾਧ ਨੇ ਉਸ ਘੋਟਣਾ ਮੂਹਰੇ ਕਰ ਦਿੱਤਾ, ਕਿਰਪਾਨ ਟੁੱਟ ਗਈ। ਉਲਟਾ ਕੇ ਸਤ ਸੰਗੀ ਮਾਰ ਕੇ ਸੋਟਾ ਇਹਦੇ ਸਿਰ ਦੇ ਉੱਚ ਸਿਰ ਭੰਨ ਕੇ ਰੱਖ ਦਿੱਤਾ। ਉੱਠੀ ਸ਼ੇਸ਼ ਇਸ਼ਨਨ ਕੱਡਾ ਮੇਜ ਜੋਰਨ। ਇਹੋ ਜਿਹਾ ਸਿਰ ਭੰਨਿਆ ਖਾਲਸੇ ਵਿੱਚੋਂ ਛਿੱਟਾਂ ਚਿੱਟੀਆਂ ਚਿੱਟੀਆਂ ਵਿੱਝਦੀਆਂ ਨਿਕਲੀਆਂ। ਮਨੋ ਮਾਖਣ ਮੜਕੀ ਕਾਨੇ ਫੋਰਨ। ਧੰਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਖਾਲਸਾ ਜੀ ਜਿਵੇਂ ਦੁਆਪਰ ਦੇ ਅੰਦਰ ਖੇਡਦਾ ਖੇਡਦਾ ਮੱਖਣੀ ਦੀਆਂ ਮਟਕੀਆਂ ਭੰਨਦਾ ਸੀ ਨਾ ਕ੍ਰਿਸ਼ਨ ਮੁਖੀਆਂ ਮਾਰ ਮਾਰ, ਐ ਪਠਾਨ ਦਾ ਸਿਰ ਭੰਨ ਕੇ ਸਾਧ ਕਿਰਪਾਲ ਨੇ ਰੱਖ ਦਿੱਤਾ। ਤਾਂ ਆਨੰਦ ਚੰਦਰਨ ਕੀਓ ਕੋਪ ਭਾਰੋ। ਆਨੰਦ ਚੰਦ ਸੰਘਾ ਸੀ ਸਤ ਸੰਗਤ ਜੀ, ਜਿਹਦੀ ਸਮਾਧ ਕਾਲੇ ਸੰਘੇ ਬਣੀ ਹੈ। ਮਗਰੋਂ ਮਹਾਰਾਜ ਦਾ ਸਰੂਪ ਸਤ ਸੰਗਤ ਜੀ ਸੋਹਣਾ ਸੀ, ਉਦਾਸੀ ਸਾਧ ਲਿਖ ਕੇ ਲੈ ਕੇ ਗਏ ਸੀ, ਦਸਵੇਂ ਪਾਤਸ਼ਾਹ ਤੋਂ ਪ੍ਰਵਾਨ ਕਰਾਉਣਾ ਸੀ, ਦਕਸ਼ਤ ਕਰਾਉਣੇ ਸੀ। ਇਹਨੇ ਲੁਭਾਏਮਾਨ ਹੋ ਕੇ ਲੁਕੋ ਲਿਆ, ਨਿਮਕ ਹਰਾਮੀ ਹੋ ਕੇ ਨੱਠਿਆ ਆਇਆ ਸੀ। ਕੋਈ ਜਾਣ ਨਾ ਭੁੱਲੇ ਭਾਈ, ਜਦੋਂ ਭਾਈ ਸਨਮੁਖ ਲੜਿਆ ਉਦੋਂ ਦੇਖ ਲਓ ਬੜਾ ਭਾਈ ਬਹਾਦਰੀ ਦਿਖਾਈ। ਜਦੋਂ ਮਾੜੇ ਕਰਮ ਜਾਗ ਪਏ ਸਤ ਸੰਗਤ ਜੀ ਸਰੂਪ ਚੋਰੀ ਕਰਕੇ ਨੱਠਿਆ ਆਇਆ ਸੀ। ਇੱਥੇ ਕਰਤਾਰਪੁਰ ਮਾਰ ਦਿੱਤਾ ਸੀ ਧੀਰ ਮੱਲੀਆਂ ਨੇ, ਸੰਸਕਾਰ ਉਹਦਾ ਕਾਲੇ ਸੰਘੇ ਹੋਇਆ। ਲਗਾਈ ਬਰਛੀ ਕਿਰਪਾਨਨ ਸੰਭਾਰੋ। ਇਉਂ ਕਿਰਪਾਨ ਲੈ ਕੇ ਸਤ ਸੰਗਤ ਜੀ ਬਰਛੀ ਵੀ ਹੱਥ 'ਚ ਲਈ, ਬੜਾ ਭਾਰੀ ਜੰਗ ਕੀਤਾ ਇਸਨੇ। ਟੁੱਟੀ ਦੇਖ ਤ੍ਰਿਖੀ ਕੱਢੇ ਜਮ ਦੰਡਨ। ਜਿਸ ਵੇਲੇ ਸਤ ਸੰਗਤ ਜੀ ਬਰਛੀ ਟੁੱਟ ਗਈ, ਇਸਨੇ ਜਮਦਾੜ ਕੱਢੀ ਕਟਾਰ। ਹੱਠੀ ਰਾਖਿਆਨ ਲੱਜ ਬੰਸਨ ਸੰ ਡੰਡਨ। ਇਉਂ ਸੋਢ ਬੰਸ ਦੀ ਲਾਜ ਰੱਖ ਲਈ ਇਹਨਾਂ ਨੇ। ਤਾਂ ਮਾਤ ਲਈਨ ਕਿਰਪਾਲਨ ਕਰਦਨ। ਹੇ ਗੁਰੂ ਕੇ ਸਿੱਖੋ, ਸਾਡਾ ਮਾਮਾ ਵੀ ਕਿਰਪਾਲ ਚੰਦ ਉਸ ਜੰਗ ਵਿੱਚ ਹਾਜ਼ਰ ਸੀ। ਸ਼ਕਿਓ ਸ਼ੋਭ ਛਤਰੀ ਕਰਿਓ ਜੁਧ ਸੁਧਨਨ। ਬੜਾ ਭਾਰੀ ਨਿਸਕਪਟਤਾ ਦੇ ਸਹਿਤ ਇਹੋ ਜਿਹਾ ਸਾਡਾ ਮਾਮਾ ਕਿਰਪਾਲ ਚੰਦ ਸੂਰਮਾ ਸੀ ਸੁਧ, ਉਹ ਵੀ ਫਵਿਆ ਡਰਿਆ ਨਹੀਂ, ਬੜਾ ਭਾਰੀ ਜੰਗ ਕੀਤਾ। ਇਸ ਪ੍ਰਕਾਰ ਖਾਲਸਾ ਜੀ ਆਪ ਜੀ ਦੇ ਜਿਹੜੇ ਧਰਮ ਦੇ ਯੁੱਧ ਹਨ, ਇਹ ਆਪ ਜੀ ਨੇ ਆਰੰਭ ਕੀਤੇ ਭੰਗਾਣੀ ਦੇ ਜੰਗ ਤੋਂ। ਉਸ ਤੋਂ ਬਾਅਦ ਛੋਟੇ ਛੋਟੇ ਸਤ ਸੰਗਤ ਜੀ ਆਲਸੂਨ ਨੂੰ ਸੋਧਣਾ, ਨਦਾਉਣ ਦਾ ਜੰਗ ਹੋਣਾ। ਉਸ ਤੋਂ ਬਾਅਦ ਸਤ ਸੰਗਤ ਜੀ ਇਹ ਜੰਗ ਦਾ ਸਮਾਂ ਮਿਲਿਆ ਲਿਖਣ ਦਾ। ਅਗਲੇ ਜੰਗ ਚਮਕੌਰ ਦੇ ਜੰਗ, ਮੁਕਤਸਰ ਦੇ ਜੰਗਾਂ ਨੂੰ ਲਿਖਣ ਦਾ ਆਪ ਨੂੰ ਸਮਾਂ ਨਹੀਂ ਮਿਲਿਆ। ਸੋ ਖਾਲਸਾ ਜੀ ਇਹ ਹੈ ਅੰਮ੍ਰਿਤਮਈ ਦਸਵੇਂ ਪਾਤਸ਼ਾਹ ਦੀ ਸਤ ਸੰਗਤ ਜੀ ਬਾਣੀ, ਜਿਸ ਤੋਂ ਸਤ ਸੰਗਤ ਜੀ ਅਸੀਂ ਅਣਭੋਲ ਹਾਂ, ਜਿਸ ਨੂੰ ਨਹੀਂ ਸਤ ਸੰਗਤ ਜੀ ਭਾਵਨਾ ਨਾਲ ਅਸੀਂ ਇਸ ਨੂੰ ਵਿਚਾਰਦੇ। ਨਾ ਹੀ ਜਦੋਂ ਦੀਆਂ ਕਮੇਟੀਆਂ ਸਮੇਟੀਆਂ ਬਣੀਆਂ 1920 ਤੋਂ, ਇਹਨਾਂ ਨੇ ਸਤ ਸੰਗਤ ਜੀ 10ਵੇਂ ਸਰੂਪ ਪ੍ਰਕਾਸ਼ ਹੁੰਦੇ ਸੀ ਉਹ ਚੱਕ ਕੇ ਰੱਖ ਦਿੱਤੇ। ਪੁਰਾਣੀਆਂ ਸੰਪਰਦਾਵਾਂ ਟਕਸਾਲਾਂ 'ਚ ਉਸੇ ਤਰ੍ਹਾਂ ਹੁੰਦੇ। ਇਹਨਾਂ ਨੇ ਕਵੀਆਂ ਦੀ ਬਾਣੀ ਗਰਦਾਨਿਆ ਖਾਲਸਾ ਜੀ, ਕਲਗੀਧਰ ਪਾਤਸ਼ਾਹ ਦੀ ਬਾਣੀ ਨੂੰ। ਇਸੇ ਕਰਕੇ ਖਾਲਸਾ ਫੁੱਟ ਦਾ ਸ਼ਿਕਾਰ ਹੋ ਕੇ ਸਤ ਸੰਗਤ ਜੀ ਅਸੀਂ ਦੁੱਖ ਭਰ ਰਹੇ ਹਾਂ। ਸੱਚੇ ਪਾਤਸ਼ਾਹ ਨੇ ਸਤ ਸੰਗਤ ਜੀ ਅੰਮ੍ਰਿਤਮਈ ਬਾਣੀ, ਅੰਮ੍ਰਿਤ ਤਿਆਰ ਕਰਨ ਲੱਗਿਆਂ 10ਵੇਂ ਗ੍ਰੰਥ ਵਿੱਚੋਂ 3 ਬਾਣੀਆਂ ਸਤ ਸੰਗਤ ਜੀ ਹਾਜ਼ਰ ਹਨ। ਜਾਪ ਸਾਹਿਬ, ਚੌਪਈ ਤੇ ਸਵਈਏ ਆਦਿ ਗੁਰੂ ਗ੍ਰੰਥ ਸਾਹਿਬ 'ਚੋਂ 2 ਬਾਣੀਆਂ ਹੀ ਹਨ। ਲੇਕਿਨ ਇਹਨਾਂ ਲੋਕਾਂ ਨੇ ਖਾਲਸਾ ਜੀ ਇਸ ਬਾਣੀ ਨੂੰ ਅੱਖੋਂ ਓਹਲੇ ਕਰ ਛੱਡਿਆ ਹੈ, ਜਿਸ ਕਰਕੇ ਸਤ ਸੰਗਤ ਜੀ ਆ ਅਸੀਂ ਦੁੱਖ ਸੰਕਟ ਝੱਲ ਰਹੇ ਹਾਂ। ਮਹਾਰਾਜ ਕਿਰਪਾ ਕਰੇ ਸਹੀ ਸਹੀ ਗੁਰਮਤਿ ਦਾ ਪ੍ਰਚਾਰ ਹੋਵੇ ਤਾਂ ਸਤ ਸੰਗਤ ਜੀ ਆਪਣੀ ਚੜ੍ਹਦੀ ਕਲਾ ਹੋਵੇ। ਰਹਿਤ ਵਹਿਤ ਰੱਖੀਏ। ਗੁਰਪੁਰਬ ਮਨਾਏ ਦਾ ਇਹੀ ਪ੍ਰਯੋਜਨ ਹੈ ਖਾਲਸਾ ਜੀ। ਨਗੁਰੇ ਪੁਣੇ ਦੀ ਜੂਠ ਧੋਣੀ, ਤਿਆਰ ਬਰ ਹੋਣਾ, ਜਿੱਥੇ ਤੱਕ ਹੋਵੇ ਸਤ ਸੰਗਤ ਜੀ ਸਿੱਖੀ ਦਾ ਨਿਰਵਾਹ ਕਰਨਾ। ਗ੍ਰਸਥ ਧਰਮ ਦੇ ਅੰਦਰ ਕਲਯੁਗ ਦੇ ਸਮੇਂ 'ਚ ਭਾਵੇਂ ਸਿੱਖੀ ਨਿਭਾਉਣੀ ਔਖੀ ਹੈ, ਫੇਰ ਵੀ ਆਹ ਸੰਗਤ ਸਤ ਸੰਗਤ ਜੀ ਜਿਹਨੇ ਆਸਰਾ ਲਿਆ ਇਸ ਸੰਗਤ ਦਾ, ਉਹਨੂੰ ਸਤ ਸੰਗਤ ਜੀ ਕੋਈ ਸਿੱਖੀ ਨਿਭਾਉਣੀ ਔਖੀ ਨਹੀਂ। ਸੋ ਸਤ ਸੰਗਤ ਜੀ ਭੁੱਲਾਂ ਚੁੱਕਾਂ ਮਾਫ ਕਰਨੀਆਂ। ਇੱਥੇ ਹੀ ਵਿਸਰਾਮ ਦਿੰਦਾ ਹਾਂ। ਮਹਾਰਾਜ ਕਿਰਪਾ ਕਰਨ। ਬੇਨਤੀਆਂ ਕਰੀਏ, ਇਹ ਕਲਗੀਧਰ ਪਾਤਸ਼ਾਹ
ਅੱਜ ਪ੍ਰਦੇਸ਼ ਬੈਠੀਆਂ ਸੰਗਤਾਂ ਆਪ ਦੀ ਯਾਦ ਦੇ ਅੰਦਰ ਅਵਤਾਰ ਦਿਵਸ ਨੂੰ ਖੁਸ਼ੀਆਂ ਦੇ ਨਾਲ ਮਨਾ ਰਹੀਆਂ ਨੇ। ਸਾਡੇ ਤੇ ਦਇਆ ਦ੍ਰਿਸ਼ਟੀ ਕਰਨੀ ਮਾਰਾ, ਏਕਤਾ ਬਖਸ਼ਣੀ, ਸਦਾ ਵਾਸਤੇ ਗੁਰਮਤਿ ਦੇ ਧਾਰਮਿਕ ਬਣਾਉਣਾ, ਆਪ ਦੇ ਮਹਾਰਾਜ ਚਰਨਾਂ ਵਿੱਚ ਪ੍ਰੀਤੀ ਸਦਾ ਵਾਸਤੇ ਸਾਡੀ ਨਿਭੇ, ਜਿਸ ਕਰਕੇ ਕਿਰਤ ਹੋਈਏ। ਇੱਥੇ ਵਿਸਰਾਮ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।